ਅਟਲ ਜੀ ਦਾ ਸੁਭਾਅ ਸੀ ਉਹ ਲੋਕਾਂ 'ਚ ਇਹ ਲੱਗਦਾ ਸੀ ਉਹ ਬੜਾ ਮਿੱਠਾ ਨਿੱਘਾ ਸੁਭਾਅ ਹੈ, ਉਹ ਹਰ ਬੰਦੇ ਨਾਲ ਕਰਦੇ ਸੀ। ਜਿਹੜਾ ਮੋਦੀ ਜੀ ਹੈ, ਮੋਦੀ ਜੀ ਦੀ ਹੋਰ ਸਿਸਟਮ ਨਾਲ ਰਾਜਨੀਤੀ ਹੈ। ਬੰਦਾ ਆਪਦੇ ਖੇਤਾਂ ਲਈ ਬਲਦ ਜਾ ਰਿਹਾ, ਘਰ ਦੇ ਲਈ ਗਾਂ ਲਿਜਾ ਰਿਹਾ, ਉਹਨੂੰ ਪੁੱਛਿਆ ਨਹੀਂ ਜਾਂਦਾ, ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ। ਸਾਡੀ ਕੰਗਨਾ ਰਣੌਤ ਨਹੀਂ, ਕੰਗਨਾ ਰਣੌਤ ਬੀਜੇਪੀ ਦੀ 5 ਪੈਸਿਆਂ ਦੀ ਮੈਂਬਰ ਵੀ ਨਹੀਂ। ਪਰ ਜਿਸ ਢੰਗ ਦੇ ਨਾਲ ਕਿਸਾਨ ਆਪਦਾ ਜੇ ਸੰਘਰਸ਼ ਕਰ ਰਿਹਾ, ਉਹਦੇ ਹੱਕ ਮੰਗ ਰਿਹਾ, ਤਾਂ ਉਹਨੂੰ ਪਾਰਲੀਮੈਂਟ ਤੱਕ ਵੀ ਅੱਤਵਾਦੀ, ਵੱਖਵਾਦੀ ਕੀ ਕੁਝ ਕਹਿ ਦਿੱਤਾ। ਮੈਂ ਇਹ ਗੱਲ ਕਹਿ ਰਿਹਾ ਵੀ ਜਿਹੜਾ ਇਹ ਅੰਦੋਲਨ ਹੈ ਇਹ ਖਤਮ ਹੋਣਾ ਚਾਹੀਦਾ। ਸਾਡੇ ਜਿਹੜੇ ਕਿਸਾਨ ਨੇ, ਚਾਹੇ ਉਹਨਾਂ ਨੂੰ ਅੱਤਵਾਦੀ ਦੱਸ ਰਹੇ ਹੈ, ਵੱਖਵਾਦੀ ਦੱਸ ਰਹੇ ਹੈ, ਜਾਂ ਉਹਨਾਂ ਲਈ ਹੋਰ ਕੋਈ ਭਾਸ਼ਾ ਦਾ ਜਿਹੜੀ ਗਲਤ ਭਾਸ਼ਾ ਦਾ ਯੂਜ਼ ਕਰ ਰਹੇ ਹੈ, ਨਾ ਉਹ ਆਪਦੇ ਪਰਸਨਲ ਲਈ ਹਿਤਕਾਰੀ ਨੇ ਤੇ ਨਾ ਹੀ ਉਹ ਜਿਹੜੀ ਵੀ ਪਾਰਟੀ ਦੇ ਨੁਮਾਇੰਦੇ ਹੋਣ ਉਹ ਉਸ ਪਾਰਟੀ ਲਈ ਹਿਤਕਾਰੀ ਨੇ। ਮੇਰੀ ਗੱਲ ਸੁਣੋ ਮੋਹਿਤ ਜੀ, ਤੁਸੀਂ ਕਿਸਾਨਾਂ ਦੀ ਸਲਾਹਤਾ ਕਰ ਰਹੇ ਹੋ, ਕਿਸਾਨਾਂ ਦੀ ਗੱਲ ਕਰ ਰਹੇ ਹੋ, ਤਾਂ ਇਹ ਨਾ ਹੋਵੇ ਤੁਹਾਨੂੰ ਬੀਜੇਪੀ ਬਾਹਰ ਦਾ ਰਸਤਾ ਦਿਖਾ ਦੇ। ਤੇ ਜੇ ਮੈਂ ਅੱਜ ਉਹ ਗੱਲ ਕਰ ਰਿਹਾ ਤਾਂ ਮੈਂ ਉਸੇ ਗੱਲ ਨੂੰ ਅੱਗੇ ਵਧਾ ਰਿਹਾ, ਜੇ ਉਹਦੇ ਲਈ ਮੈਨੂੰ ਕੋਈ ਨੁਕਸਾਨ ਝੱਲਣਾ ਪਊ ਮੈਂ ਬਰਦਾਸ਼ਤ ਕਰੂੰਗਾ। 1 ਸਾਲ ਪਹਿਲਾਂ ਜਦੋਂ ਅੰਦੋਲਨ ਸ਼ੁਰੂ ਹੋਇਆ, ਮੈਂ ਉਦੋਂ ਵੀ ਸਾਡੇ ਸੂਬਾ ਪ੍ਰਧਾਨ ਜੀ ਨੂੰ ਟੈਲੀਫੋਨ ਤੇ ਬੇਨਤੀ, ਜਿਹੜਾ ਆੜਤੀ ਹੈ ਇਹਨੇ ਹਮੇਸ਼ਾ ਬੀਜੇਪੀ ਦੀ ਸਪੋਰਟ ਕੀਤੀ ਹੈ। ਸਾਨੂੰ ਤਾਂ ਲੋਕਾਂ ਨੂੰ ਤਾਂ ਇਕੱਲੇ ਕਣਕ ਝੋਨੇ ਦਾ ਪਤਾ ਹੋਣਾ, ਸਾਨੂੰ ਸਰੋਂ ਦਾ ਵੀ ਪਤਾ ਹੈ, ਹਾਲੋਂ ਦਾ ਵੀ ਪਤਾ ਹੈ, ਸਾਨੂੰ 20 ਚੀਜ਼ਾਂ ਦਾ ਪਤਾ ਹੈ। ਜੇ ਉਦੋਂ ਸਾਡੀ ਸੂਬੇ ਦੀ ਟੋਲੀ ਪ੍ਰਯਾਸ ਕਰਦੀ, ਦਿਲ ਨਾਲ ਮਿਹਨਤ ਕਰਦੀ, ਦਿਲ ਨਾਲ ਤਹਈਆ ਕਰਦੀ, ਇਹ ਅੰਦੋਲਨ ਇੱਥੇ ਹੀ ਖਤਮ ਹੋ ਜਾਣਾ। ਉਹਨਾਂ ਨੇ ਇੱਕ ਨਾਮ ਬਣਾਇਆ ਦੇਸ਼ ਦਾ, ਆਪ ਦਾ ਵੀ, ਦੇਸ਼ ਦਾ ਵੀ। ਅੱਜ ਉਹਨਾਂ ਦਾ ਵੀ ਜੇ ਕਿਤੇ ਨਾਮ ਘਟਾਉਣ ਦੀ ਗੱਲ ਕੀਤੀ, ਮੈਂ ਉਹਦੇ ਦੋਨਾਂ ਚੀਜ਼ਾਂ ਲਈ ਦੋਸ਼ੀ ਸਾਡੇ ਸੂਬੇ ਦੀ ਲੀਡਰਸ਼ਿਪ ਨੂੰ ਮੰਨਦਾ। ਜਦੋਂ ਉਹਨਾਂ ਨੇ ਸੱਚਾਈ ਦੱਸਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਚੁੱਪ ਕਰਾਤਾ। ਜਦੋਂ ਇਹ 9 ਮਹੀਨੇ ਦੇ ਲਗਭਗ ਸਮਾਂ ਹੋ ਗਿਆ, ਕਿਤੇ ਪਾਰਟੀ ਨੇ ਸਿਰ ਜੋੜ ਕੇ ਬੈਠੀ ਨਹੀਂ ਵੀ ਪੰਜਾਬ ਦੇ ਲੀਡਰ ਬੈਠ ਜਾਣ ਵੀ ਅਸੀਂ ਕੇਂਦਰ ਕੋਲੇ ਚੱਲੀਏ, ਦੱਸੀਏ ਬਈ ਇਹ ਚੀਜ਼। ਪੰਜਾਬ ਟੁਡੇ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਭਾਰਤ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਭਾਰਤ ਦੀ ਰਾਜਨੀਤੀ ਦੇ ਵਿੱਚ ਕੁਝ ਬਜ਼ੁਰਗ ਜਿਹੜੇ ਸਾਡੇ ਸਿਆਸਤਦਾਨ ਨੇ, ਉਹ ਨੌਜਵਾਨਾਂ ਨੂੰ ਬਹੁਤਾ ਅੱਗੇ ਨਹੀਂ ਆਉਣ ਦਿੰਦੇ। ਪਰ ਕੁਝ ਅਜਿਹੇ ਨੌਜਵਾਨ ਵੀ ਹੁੰਦੇ ਨੇ ਜਿਹੜੇ ਆਪਣੇ ਬਲਬੂਤੇ ਦੇ ਉੱਤੇ ਆਪਣੀ ਪਾਰਟੀ ਦੇ ਵਿੱਚ ਅੱਛੀ ਜਗ੍ਹਾ ਵੀ ਬਣਾ ਲੈਂਦੇ ਨੇ। ਪਰ ਦੋਨਾਂ ਦੀ ਸੋਚ ਦੇ ਵਿੱਚ ਬੜਾ ਫਰਕ ਹੁੰਦਾ। ਇਹ ਫਰਕ ਕੀ ਹੁੰਦਾ, ਇਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਯੁਵਾ ਮੋਰਚਾ ਦੇ ਪ੍ਰਧਾਨ ਰਹੇ ਮੋਹਿਤ ਗੁਪਤਾ ਜੀ ਦੇ ਨਾਲ। ਮੋਹਿਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਪੰਜਾਬ ਟੂਡੇ ਦੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ, ਨਮਸਕਾਰ। ਔਰ ਦਾਨੇਵਾਲੀਆ ਸਾਹਿਬ, ਮੈਂ ਤੁਹਾਡਾ ਧੰਨਵਾਦ ਵੀ ਕਰਦਾ ਜੀ, ਤੁਸੀਂ ਮੈਨੂੰ ਆਪਦੇ ਲੱਖਾਂ ਸਰੋਤਿਆਂ ਨਾਲ, ਦੇਸ਼ ਵਿਦੇਸ਼ 'ਚ ਰਹਿੰਦਿਆਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਮੋਹਿਤ ਜੀ, ਇੱਕ ਹਰ ਪਾਰਟੀ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਕਿ ਜਿਹੜੇ ਨੌਜਵਾਨ ਨੇ, ਜੇ ਯੁਵਾ ਮੋਰਚਾ ਦੀ ਗੱਲ ਕਰੀਏ ਜਾਂ ਹੋਰ ਪਾਰਟੀਆਂ ਦੀ, ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਦਾ ਨੈਸ਼ਨਲ ਸਟੂਡੈਂਟ ਯੂਨੀਅਨ ਹੈਗੀ ਹੈ, ਸਟੂਡੈਂਟ ਵਿੰਗ ਹੈ, ਫਿਰ ਉਹਨਾਂ ਦਾ ਯੂਥ ਵਿੰਗ ਆ, ਉਹ ਆਪਣੇ ਆਪ ਅੱਗੇ ਆਉਂਦੇ ਨੇ। ਅਜਿਹਾ ਕੀ ਹੁੰਦਾ ਕਿ ਜਿਨ੍ਹਾਂ ਦੇ ਉੱਤੇ ਸਰਪ੍ਰਸਤੀ ਨਹੀਂ ਹੁੰਦੀ ਜਾਂ ਉਹਨਾਂ ਦੀਆਂ ਵਿਚਾਰਧਾਰਾ ਮੈਂ ਦੇਖੀਏ ਬੜੀ ਅੱਛੀ ਹੁੰਦੀ ਹੈ, ਉੱਭਰਨਾ ਬੜਾ ਮੁਸ਼ਕਿਲ ਜਿਹਾ ਹੋ ਜਾਂਦਾ ਪਾਰਟੀਆਂ ਦੇ ਵਿੱਚ। ਦੇਖੋ ਦਾਨੇਵਾਲੀਆ ਸਾਹਿਬ, ਜਿਹੜਾ ਰਾਜਨੀਤੀ ਹੈ, ਚਾਹੇ ਸਮਾਜ ਦਾ ਕੋਈ ਵੀ ਖੇਤਰ ਲੈ ਲਈਏ, ਆਪਾਂ ਘਰ 'ਚ ਵੀ ਲਈਏ, ਜਿਹੜਾ ਜਨਰੇਸ਼ਨ ਗੈਪ ਹੈ ਉਹ ਹਮੇਸ਼ਾ ਰਹਿੰਦਾ, ਸੋਚ ਦਾ ਫਰਕ ਹਮੇਸ਼ਾ ਰਹਿੰਦਾ। ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਇਹਦੇ 'ਚ ਥੋੜ੍ਹਾ ਜਿਹਾ ਇੱਕ ਵਿਲੱਖਣ ਚੀਜ਼ ਹੈਗੀ ਹੈ। ਪਹਿਲਾਂ ਵੀ ਆਪਾਂ ਦੇਖਿਆ ਹੋਊ, ਬਾਕੀ ਜਿਹੜੀਆਂ ਪਾਰਟੀਆਂ ਉਹ ਪਰਿਵਾਰਵਾਦ ਨਾਲ ਜੁੜੀਆਂ ਹੋਈਆਂ ਪਾਰਟੀ ਜੀ। ਭਾਰਤੀ ਜਨਤਾ ਪਾਰਟੀ 'ਚ ਉਨੀਆਂ ਦਿੱਕਤਾਂ ਨਹੀਂ ਆਉਂਦੀਆਂ। ਇੱਥੇ ਜੇ ਕੋਈ ਆਦਮੀ ਅੱਛਾ ਕੰਮ ਕਰਦਾ ਤੇ ਉਹਨੂੰ ਵਧਣ ਦਾ ਮੌਕਾ ਮਿਲਦਾ। ਹਾਂ, ਪਰ ਹਰ ਜਗ੍ਹਾ ਰਾਜਨੀਤੀ ਹੈ, ਠਿੱਬੀ ਲਾਉਣ ਦੀ ਗੱਲ ਹੁੰਦੀ, ਉਹ ਚੱਲਦੀ ਰਹਿੰਦੀ ਹੈ। ਉਹ ਹਰ ਜਗ੍ਹਾ ਚੱਲਣੀ ਹੈ। ਪਰ ਮੈਂ ਜਿਹੜੀ ਤੁਹਾਨੂੰ ਕਹਿੰਦਾ, ਬੀਜੇਪੀ 'ਚ ਇੱਕ ਚੀਜ਼ ਹੈਗੀ ਹੈ, ਆਮ ਬੰਦਾ ਬੀਜੇਪੀ 'ਚ ਕਿਸੇ ਵੀ ਅਹੁਦੇ 'ਤੇ ਜਾ ਸਕਦਾ ਜੀ। ਸੋ ਬੀਜੇਪੀ ਦੀ ਤੁਸੀਂ ਗੱਲ ਕੀਤੀ ਹੈ ਕਿ ਪਰਿਵਾਰਵਾਦ ਨਹੀਂ ਹੈ। ਬੀਜੇਪੀ ਪਿੱਛੇ ਦੀ ਦੇਖੀਏ ਤਾਂ ਬੀਜੇਪੀ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਬੀਜੇਪੀ ਸੀ, ਤੇ ਹੁਣ ਨਰਿੰਦਰ ਮੋਦੀ ਜੀ ਜਦੋਂ ਪ੍ਰਧਾਨ ਨੇ, ਇਸ ਬੀਜੇਪੀ ਨੂੰ ਤੁਲਨਾ ਕਰੀਏ ਤਾਂ ਦੋਹਾਂ ਦੀ ਵਰਕਿੰਗ ਦੇ ਵਿੱਚ ਬੜਾ ਫਰਕ। ਦੇਖੋ ਦਾਨੇਵਾਲੀਆ ਸਾਹਿਬ, ਮੈਂ ਜਿਹੜੀ ਆਪਾਂ ਸਟਾਰਟਿੰਗ 'ਚ ਵੀ ਗੱਲ ਕਹੀ ਹੈ, ਜਨਰੇਸ਼ਨ ਗੈਪ ਹਮੇਸ਼ਾ ਰਹਿੰਦਾ। ਹਰ ਬੰਦੇ ਦੀ ਜਨਰੇਸ਼ਨ ਗੈਪ ਨਹੀਂ। ਅਗਰ ਤੁਸੀਂ
ਸੇਮ ਜਨਰੇਸ਼ਨ 'ਚ ਵੀ ਗੱਲ ਕਰਦੇ ਆ ਤਾਂ ਆਪਾਂ ਹਰ ਬੰਦੇ ਦੇ ਵਿਚਾਰਧਾਰਾ, ਹਰ ਬੰਦੇ ਦੀ ਸੋਚਣੀ, ਹਰ ਬੰਦੇ ਦੀ ਕਰਨੀ, ਹਰ ਬੰਦੇ ਦੀ ਕਥਨੀ ਅਲੱਗ ਹੁੰਦੀ ਹੈ। ਜਿਹੜਾ ਅਟਲ ਜੀ ਦਾ ਸੁਭਾਅ ਸੀ ਉਹ ਲੋਕਾਂ 'ਚ ਇਹ ਲੱਗਦਾ ਸੀ ਉਹ ਬੜਾ ਮਿੱਠਾ ਨਿੱਘਾ ਸੁਭਾਅ ਹੈ, ਉਹ ਹਰ ਬੰਦੇ ਨਾਲ ਕਰਦੇ ਸੀ। ਜਿਹੜਾ ਮੋਦੀ ਜੀ ਹੈ, ਮੋਦੀ ਜੀ ਦੀ ਹੋਰ ਸਿਸਟਮ ਨਾਲ ਰਾਜਨੀਤੀ ਹੈ। ਉਹਨਾਂ ਨੇ ਜਿਹੜਾ ਵਿਕਾਸ ਦੇ ਨੂੰ ਲੈ ਕੇ ਨਾਲ ਉਹਨਾਂ ਦੀ ਇੱਕ ਅਲੱਗ ਚੀਜ਼ ਦਾ ਸਿਸਟਮ ਰਿਹਾ, ਉਹਦੇ ਨਾਲ ਉਹਨਾਂ ਨੇ ਬਿਲਕੁਲ ਸੰਗਠਨ ਦੇ ਤੌਰ ਤੇ ਹੋਰ ਤਰੀਕੇ ਨਾਲ ਕੀਤੀ ਹੈ ਰਾਜਨੀਤੀ। ਉਹਨਾਂ ਦਾ ਅਲੱਗ ਸੋਚ ਹੈ। ਨਹੀਂ, ਪਰ ਸੋਚ ਅਲੱਗ ਹੈ। ਪਰ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ, ਭਾਰਤ ਦੇ ਜੇਕਰ ਆਪਾਂ ਕਰੰਸੀ ਦਾ ਨੋਟ ਹੀ ਦੇਖ ਲਈਏ, ਉਹਦੇ ਉੱਤੇ ਕਿੰਨੀਆਂ ਲੈਂਗੁਏਜਸ ਹੈ। ਕਿਉਂਕਿ ਭਾਰਤ ਤੁਸੀਂ ਜੇ ਕਹੋ ਕਿ ਇੱਕ ਸੋਚ ਨਾਲ ਅਸੀਂ ਦੇਸ਼ ਨੂੰ ਚਲਾ ਲਾਂਗੇ, ਉਹ ਸੰਭਵ ਹੈ। ਜੇਕਰ ਨੋਟ ਦੇ ਉੱਤੇ ਮਲਟੀ ਲੈਂਗੁਏਜਸ ਆ ਤਾਂ ਇੱਕ ਜਿਹੜਾ ਦੇਸ਼ ਦਾ ਮੁਖੀ ਹੁੰਦਾ ਉਹਨੂੰ ਸਾਰੇ ਸੂਬਿਆਂ ਬਾਰੇ, ਸਾਰੇ ਧਰਮਾਂ ਬਾਰੇ ਸੋਚਣਾ ਪੈਂਦਾ। ਹੁਣ ਤੁਸੀਂ ਗੱਲ ਕੀਤੀ ਹੈ ਮੋਦੀ ਜੀ ਦੀ, ਵਿਕਾਸ ਦੀ ਗੱਲ ਕੀਤੀ ਹੈ, ਹੋਰ ਕੀਤੀ ਹੈ, ਉਹਦੇ ਬਾਰੇ ਤਾਂ ਆਪਾਂ ਅੱਗੇ ਗੱਲ ਕਰਾਂਗੇ। ਪਰ ਮੌਜੂਦਾ ਸਮੇਂ ਦੇ ਵਿੱਚ ਜੇਕਰ ਗੱਲ ਕਿ ਬੀਜੇਪੀ ਦੇ ਉੱਤੇ ਇੱਕ ਪਾਸੜ ਹੋਣ ਦਾ ਬੜੇ ਦੋਸ਼ ਜਿਹੜੇ ਆ ਲੱਗ ਰਹੇ ਨੇ ਕਿ ਧਰਮ ਨਿਰਪੱਖ ਨਹੀਂ ਹੈ, ਘੱਟ ਗਿਣਤੀਆਂ ਨੂੰ ਜਿਹੜਾ ਡਰ ਭੈ ਪੈਦਾ ਹੋਇਆ ਜਿਹੜਾ ਅਟਲ ਜੀ ਵੇਲੇ ਨਹੀਂ ਸੀ, ਸਰਕਾਰੀ ਜਿਹੜੇ ਅਦਾਰੇ ਨੇ ਲਗਾਤਾਰ ਉਹ ਖਤਮ ਹੋ ਰਹੇ ਨੇ। ਇਹ ਇਸ ਰਾਜਨੀਤੀ ਨੂੰ ਨੌਜਵਾਨ ਕਿਵੇਂ ਲੈ ਕੇ ਚੱਲਦਾ? ਨਾਨੇਵਾਲੀਆ ਜੀ, ਜਿਹੜੀ ਆਪਾਂ ਗੱਲ ਕਰਦੇ ਆਂ ਵੀ ਵੱਖ-ਵੱਖ ਧਰਮਾਂ ਦਾ, ਮੈਨੂੰ ਇਹ ਗੱਲ ਨਹੀਂ ਲੱਗਦੀ। ਮੋਦੀ ਜੀ ਨੇ ਬਹੁਤ ਐਸੇ ਕੰਮ ਕੀਤੇ ਜੋ ਸਾਰੇ ਧਰਮਾਂ ਲਈ। ਦੇਖੋ, ਜੇ ਆਪਾਂ ਉਹਦੀ ਗੱਲ ਕਰੀਏ, ਇੱਕ ਉਜਵਲਾ ਯੋਜਨਾ ਆਈ ਗਰੀਬ ਬੰਦਿਆਂ ਨੂੰ, ਉਹਦੇ 'ਚ ਇਹ ਨਹੀਂ ਵੀ ਉਹ ਹਿੰਦੂ ਨੂੰ ਮਿਲੂਗਾ ਜਾਂ ਮੁਸਲਮਾਨ ਨੂੰ ਨਹੀਂ ਮਿਲੂ ਜਾਂ ਸਿੱਖ ਨੂੰ ਮਿਲੂਗਾ, ਈਸਾਈ ਨੂੰ ਨਹੀਂ ਮਿਲੂ। ਜੇ ਆਪਾਂ ਜਨਧਨ ਖਾਤਿਆਂ ਦੀ ਗੱਲ ਆਈ, ਉਹਦੇ 'ਚ ਵੀ ਸਾਰੇ ਸੀ। ਜੇ ਹੁਣ ਪਿੱਛੇ ਕੋਵਿਡ 'ਚ ਫ੍ਰੀ ਅਨਾਜ ਦੇਣ ਦੀ 80 ਕਰੋੜ ਲੋਕਾਂ ਨੂੰ ਗੱਲ ਆਈ, ਉਹਦੇ 'ਚ ਵੀ ਇਹ ਹੈ। ਕੋਈ ਇਹ ਤਾਂ ਨਹੀਂ ਵੀ ਇਕੱਲੇ ਹਿੰਦੂ ਨੂੰ ਮਿਲੂਗਾ ਜਾਂ ਸਿੱਖ ਨੂੰ ਮਿਲੂਗਾ ਜਾਂ ਮੁਸਲਮਾਨ ਨੂੰ ਨਹੀਂ ਮਿਲੂਗਾ ਜਾਂ ਕ੍ਰਿਸਚਨ ਨੂੰ ਮਿਲੂਗਾ। ਮੈਨੂੰ ਇਹ ਲੱਗਦਾ ਹੈ ਇੱਕ ਯੋਜਨਾਬੱਧ ਤਰੀਕੇ ਨਾਲ ਕੁਝ ਜਿਹੜੇ ਆ ਲੋਕ ਨੇ ਉਹ ਇੱਕ ਮੁਹਿੰਮ ਚਲਾ ਰਹੇ ਆ। ਪਹਿਲਾਂ ਬੀਜੇਪੀ ਬਾਰੇ, ਪਹਿਲਾਂ ਦੇਖੋ ਅੱਜ ਆਪਾਂ ਮੋਦੀ ਜੀ ਬਾਰੇ ਕਹਿੰਦੇ ਅਟਲ ਜੀ ਨੂੰ, ਉਦੋਂ ਅਟਲ ਜੀ ਬਾਰੇ ਕਹਿੰਦੇ ਸੀ ਜੀ। ਥੋੜੇ ਯਾਦ ਹੋਣਾ ਅਟਲ ਜੀ ਦੇ ਭਾਸ਼ਣ ਵੀ ਤੁਸੀਂ ਲੋਕ ਸਭਾ ਸੁਣੇ ਹੋਣੇ। ਉਹਨਾਂ ਨੇ ਇੱਕ ਵਾਰ ਕਿਹਾ ਸੀ ਵੀ ਸਾਰੇ ਕਹਿੰਦੇ ਤੁਸੀਂ ਚੰਗੇ, ਤੁਹਾਡੀ ਪਾਰਟੀ ਮਾੜੀ ਹੈ। ਉਹ ਕਹਿੰਦਾ ਵੀ ਤੁਸੀਂ ਜਿਹੜੀ ਬੇਵਸਾਈ ਹੈ ਉਹ ਤਾਂ ਮੇਰੇ ਖਿਲਾਫ ਲੈ ਕੇ ਆਏ ਹੋ ਨਾ, ਅਟਲ ਬਿਹਾਰੀ ਵਾਜਪੇਈ ਦੀ ਗਵਰਨਮੈਂਟ ਦੇ ਖਿਲਾਫ ਲੈ ਕੇ ਆਏ ਹੋ। ਇਹ ਇੱਕ ਰਾਜਨੀਤੀ ਦਾ ਇੱਕ ਸਿਸਟਮ ਚੱਲਦਾ ਹੈ। ਜਿਹੜੇ ਲੋਕ ਨੇ ਹੁਣ ਕੁਛ ਉਦੋਂ ਕਹਿੰਦੇ ਸੀ ਜੀ ਵਾਜਪੇਈ ਜੀ ਮਾੜੇ ਹੈ, ਫਿਰ ਕਹਿਣ ਲੱਗੇ ਅਡਵਾਨੀ, ਜਦੋਂ ਅਡਵਾਨੀ ਜੀ ਪ੍ਰਧਾਨ ਮੰਤਰੀ ਦੇ ਉਮੀਦਵਾਰ ਬਣੇ ਫਿਰ ਅਡਵਾਨੀ ਜੀ ਤੇ ਉਹੀ ਚੱਕਰ ਉਛਾਲਣਾ ਸ਼ੁਰੂ ਕੀਤਾ। ਫਿਰ ਉਸ ਤੋਂ ਬਾਅਦ ਮੋਦੀ ਜੀ ਬਣੇ, ਮੋਦੀ ਜੀ ਤੇ ਉਛਾਲਣਾ ਸ਼ੁਰੂ ਕੀਤਾ। ਜਦੋਂ ਅੱਗੇ ਕੋਈ ਆਊਗਾ ਫਿਰ ਉਹ ਕਹਿਣਗੇ ਮੋਦੀ ਜੀ ਠੀਕ ਸੀ ਜੀ, ਇਹ ਉਹ ਸੀ। ਉਹ ਇੱਕ ਰਾਜਨੀਤੀ ਚੱਲਦੀ ਰਹਿੰਦੀ ਹੈ। ਦੇਖੋ, ਮੈਨੂੰ ਨਹੀਂ ਲੱਗਦਾ ਵੀ ਪਿਛਲੇ 7 ਸਾਲ 'ਚ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਹੈ। ਹੁਣ ਜੇ ਮੰਨ ਲਓ 3 ਤਲਾਕ ਤੇ ਉਹਨਾਂ ਦੀ ਕੁਝ ਲੋਕ ਕੰਡੈਮ ਕਰਦੇ ਆ ਉਹਨਾਂ ਨੂੰ। 3 ਤਲਾਕ ਲੇਡੀਜ਼ ਲਈ ਇੱਕ ਬਹੁਤ ਜ਼ਰੂਰੀ ਚੀਜ਼ ਹੈ। ਇਹ ਕਿੱਦਾਂ ਹੋ ਸਕਦਾ ਵੀ ਆਪਾਂ ਬੈਠੇ ਹਾਂ 2 ਮੀਆਂ ਬੀਬੀ ਘੰਟੇ 'ਚ ਆਪਾਂ ਕਹਿ ਦਈਏ ਜੀ ਤਲਾਕ ਤਲਾਕ ਤਲਾਕ? ਇੱਦਾਂ ਦੀ ਕੋਈ ਵਿਵਸਥਾ ਨਹੀਂ ਹੋਣੀ ਚਾਹੀਦੀ। ਇਹ ਉਹ ਗੱਲਾਂ ਤਾਂ ਦੇਖੋ, ਮੈਂ ਇਹਨਾਂ ਚੀਜ਼ਾਂ ਤੋਂ ਚੰਗਾ ਕਹਿੰਦਾ, ਪਰ ਮੈਂ ਇੱਕ ਗੱਲ ਕਹਿੰਦਾ ਕਿ ਜੇ ਹੁਣ ਬੰਦਾ ਆਪਦੇ ਖੇਤਾਂ ਲਈ ਬਲਦ ਲਿਜਾ ਰਿਹਾ, ਘਰ ਦੇ ਲਈ ਗਾਂ ਲਿਜਾ ਰਿਹਾ, ਉਹਨੂੰ ਪੁੱਛਿਆ ਨਹੀਂ ਜਾਂਦਾ, ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ। ਕਿੰਨੀਆਂ ਮੌਬ ਨੇ ਇਹ ਕੰਮ ਕੀਤੇ। ਬੰਦਾ ਇਕੱਲਾ ਫੜ ਲਿਆ, ਉਹਨੂੰ ਕੁੱਟ ਕੇ ਮਾਰ ਦਿੱਤਾ, ਕੋਈ ਸੁਣਵਾਈ ਨਹੀਂ ਹੁੰਦੀ ਉਹਦੇ ਉੱਤੇ। ਇੱਕ ਖਾਸ ਕਰਕੇ ਜੇ ਕੀ ਕਹਿੰਦਾ ਮੁਸਲਿਮ ਕਮਿਊਨਿਟੀ ਦੇ ਵਿੱਚ ਇੱਕ ਤਰ੍ਹਾਂ ਸਿੱਧੇ ਤੌਰ ਦੇ ਉੱਤੇ ਹਿੰਦੂ ਤੇ ਮੁਸਲਿਮ ਦੋਵਾਂ ਦਾ ਜਿਹੜਾ ਆਪਸ ਵਿੱਚ ਗੈਪ ਸੀਗਾ ਉਹਨੂੰ ਵਾਈਡ ਕੀਤਾ ਕੋਲੇ ਆਉਣ ਦੀ ਬਜਾਏ। ਇੱਕ ਡਰ ਭੈ ਦਿੱਲੀ ਦੇ ਵਿੱਚ ਵੀ ਦੇਖ ਲਓ, ਦਿੱਲੀ ਦੇ ਵਿੱਚ ਵੀ ਤਾਂ ਡਰ ਇਹੀ ਸੀ। ਸ਼ਾਹੀਨ ਬਾਗ ਤੋਂ ਬਾਹਰ ਜੇਕਰ ਇੱਟਾਂ ਰੋੜੇ ਮਾਰੇ ਗਏ, ਉਹੀ ਕਿਸ ਤਰ੍ਹਾਂ ਦੇ ਬਿਆਨ ਦੇਣੇ ਕਿ ਜੇ ਇੱਕ ਡੈਮੋਕ੍ਰੈਟਿਕ ਦੇਸ਼ ਦੇ ਵਿੱਚ ਕੋਈ ਨੇਤਾ ਬਿਆਨ ਦੇ ਸਕਦਾ, ਉਹ 'ਤੇ ਪਰਚਾ ਨਹੀਂ ਹੋ ਰਿਹਾ। ਇਹ ਚੀਜ਼ਾਂ ਤਾਂ ਹੈਗੀਆਂ ਨਾ ਜਿਹੜੀਆਂ ਲੋਕਾਂ ਨੂੰ ਭੈ ਪੈਦਾ ਕਰਦੀਆਂ ਨੇ ਵੀ ਆਹ ਦੇਖੋ ਜੀ ਮੈਨੂੰ ਕੁੱਟ ਤਾਂ ਮੇਰੀ ਸੁਣਵਾਈ ਨਹੀਂ ਹੋ ਰਹੀ। ਦਾਨੇਵਾਲੀਆ ਸਾਹਿਬ, ਤਸਵੀਰ ਦੇ ਦੋਨੋਂ ਪਹਿਲੂ ਹੁੰਦੇ। ਤੁਸੀਂ ਗੱਲ ਕਹੀ ਮੌਬ ਲੀਚਿੰਗ। ਮੌਬ ਲੀਚਿੰਗ ਇਕੱਲੀ ਇਹ ਨਹੀਂ ਹੁੰਦੀ ਵੀ ਆਪਾਂ ਕੋਈ ਬੰਦਾ ਲਿਜਾ ਰਿਹਾ, ਉਹਦੀਆਂ ਕਈ ਵਾਰ ਦੋਨੇ ਪੱਖ ਲੁਕੋਏ ਜਾਂਦੇ ਆ। ਬਾਅਦ ਤੁਸੀਂ ਉਹਦੇ ਕੇਸਾਂ ਨੂੰ ਤਰਤੀਬ ਬਾਈ ਦੇਖੋ, ਉਹਨਾਂ 'ਚ ਕੀ ਕੁਝ ਨਿਕਲ ਕੇ ਆਇਆ। ਔਰ ਇੱਕ ਵਾਰੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਪਬਲਿਕ ਮੰਚ ਤੋਂ ਵੀ ਇਹ ਗੱਲ ਕਹੀ ਕਿ ਮੈਂ ਉਹਨਾਂ ਲੋਕਾਂ ਦੇ ਖਿਲਾਫ ਹਾਂ ਜੋ ਲੋਕ ਇੱਦਾਂ ਦੀਆਂ ਹਰਕਤਾਂ ਕਰਦੇ। ਹਰ ਵਿਅਕਤੀ ਨੂੰ ਇਸ ਦੇਸ਼ 'ਚ ਆਪਣਾ ਧਰਮ ਮੰਨਣ ਦਾ, ਆਪਣੇ ਧਰਮ ਦੀਆਂ ਪਰੰਪਰਾਵਾਂ ਮੰਨਣ ਦਾ, ਆਪਣੇ ਧਰਮ ਦਾ ਵਿਸਥਾਰ ਕਰਨ ਦਾ ਹੱਕ ਹੈ। ਪਰ ਦੂਜੇ ਪਾਸੇ ਕਿਸੇ ਵੀ ਦੂਸਰੇ ਧਰਮ ਨੂੰ ਦਬਾਉਣ ਦਾ ਕਿਸੇ ਕੋਲੇ ਹੱਕ ਨਹੀਂ। ਜੇ ਆਪਾਂ ਅੱਜ ਕਨਵਰਜਨ ਹੋ ਰਹੀ ਹੈ, ਉਹ ਚਾਹੇ ਲਾਲਚ ਨਾਲ ਹੋ ਰਹੀ ਹੈ, ਚਾਹੇ ਕਿਸੇ ਵੀ ਤਰੀਕੇ ਨਾਲ ਹੋ ਰਹੀ ਹੈ, ਉਹ ਗਲਤ ਹੈ। ਮੰਨ ਲਓ ਮੈਂ ਹਿੰਦੂ ਹਾਂ, ਮੈਂ ਫਕਰ ਨਾਲ ਹਿੰਦੂ ਹਾਂ, ਮੈਂ ਆਪਦੇ ਧਰਮ ਨੂੰ ਮੰਨਦਾ,
ਜੇ ਮੈਂ ਹਿੰਦੂ ਧਰਮ ਨੂੰ ਮੰਨਦਾ, ਮੈਨੂੰ ਕਿਸੇ ਨੇ ਕੋਈ ਅਧਿਕਾਰ ਨਹੀਂ ਦਿੱਤਾ ਮੈਂ ਦੂਸਰੇ ਧਰਮ ਦੀ ਬੇਅਦਬੀ ਕਰਾਂ। ਉਹ ਸਾਡੀ ਪਾਰਟੀ ਹਮੇਸ਼ਾ ਇਹ ਗੱਲ ਕਹਿੰਦੀ ਰਹੀ ਹੈ। ਪਰ ਮੈਂ ਜਿਹੜੀ ਤੁਹਾਨੂੰ ਗੱਲ ਕਹੀ ਹੈ, ਕੁਝ ਜਿਹੜਾ ਇੱਕ ਪੂਰਾ ਸੈਕਟ ਬਣਿਆ ਹੋਇਆ, ਚਾਹੇ ਉਹ ਕੁਝ ਬਾਲੀਵੁੱਡ ਦੇ ਲੋਕ ਹੋਣ, ਉਹ ਇੱਕ ਤਰਤੀਬ ਵਾਈਜ਼ ਤਰੀਕੇ ਨਾਲ ਤੁਸੀਂ ਪਿਛਲੇ 7 ਸਾਲਾਂ 'ਚ ਦੇਖ ਲਓ। ਜਦੋਂ ਬਾਲੀਵੁੱਡ ਦੀ ਗੱਲ ਕੀਤੀ ਹੈ, ਤੁਹਾਡੀ ਕੰਗਣਾ ਰਣੌਤ ਹੀ ਨਹੀਂ ਕਾਬੂ ਆਉਂਦੀ ਕੀ ਇਕੱਲੀ? ਸਾਡੀ ਕੰਗਣਾ ਰਣੌਤ ਨਹੀਂ, ਕੰਗਣਾ ਰਣੌਤ ਬੀਜੇਪੀ ਦੀ 5 ਪੈਸਿਆਂ ਦੀ ਮੈਂਬਰ ਵੀ ਨਹੀਂ। ਉਹਨੂੰ ਬਣਾ, ਮੈਂ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ ਨਾ, ਇੱਕ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ। ਕੰਗਣਾ ਰਣੌਤ ਹੈ ਜਿਹੜੀ, ਉਹ ਰਾਈਟ ਵਿੰਗਰ ਦੇ ਤੌਰ ਤੇ ਉਹ ਗੱਲ ਕਰਦੀ ਹੈ, ਪਰ ਉਹ ਬੀਜੇਪੀ ਦੀ 5 ਪੈਸਿਆਂ ਦੀ ਵੀ ਮੈਂਬਰ ਨਹੀਂ। ਸਾਡਾ ਜਿਹੜਾ ਮੂਲ ਮੈਂਬਰ ਹੁੰਦਾ 5 ਰੁਪਏ ਦਾ ਹੁੰਦਾ, ਉਹ ਮੈਂਬਰ ਵੀ ਨਹੀਂ। ਉਸ ਤੋਂ ਬਾਅਦ ਐਕਟਿਵ ਮੈਂਬਰ ਹੁੰਦਾ, ਫਿਰ ਅਹੁਦੇਦਾਰ ਹੁੰਦਾ। ਉਹ ਮੈਂ ਇਹੀ ਗੱਲ ਕਹਿਣਾ ਨਾ ਵੀ ਕੁਝ ਚੀਜ਼ਾਂ ਨੂੰ ਮੱਲੋ ਮੱਲੀ ਬੀਜੇਪੀ ਨਾਲ ਜੋੜ ਦਿੱਤਾ ਜਾਂਦਾ। ਹੁਣ ਮੇਰੀ ਗੱਲ ਸੁਣੋ ਜੀ, ਕਈ ਜਗ੍ਹਾ ਸ਼ਿਵ ਸੈਨਾ ਦੇ ਲੋਕ ਹੈ, ਉਹ ਬੇਅਦਬੀ ਕਰਦੇ ਆ ਜਾਂ ਕੋਈ ਹੋਰ ਤਰੀਕਾ ਕਰਦੇ, ਉਹ ਵੀ ਬੀਜੇਪੀ ਨਾਲ ਜੋੜ ਦਿੱਤਾ ਜਾਂਦਾ। ਜਦੋਂ ਕਿ ਸ਼ਿਵ ਸੈਨਾ ਸਭ ਨੂੰ ਪਤਾ ਹੈ, ਉਹਨਾਂ ਦਾ ਅਲੱਗ ਸਿਸਟਮ ਹੈ, ਅਲੱਗ ਉਹਨਾਂ ਦੀ ਪਾਰਟੀ ਹੈ, ਅਲੱਗ ਉਹਨਾਂ ਦਾ ਸਿਸਟਮ ਹੈ। ਇਸ ਲਈ ਮੈਂ ਕਹਿਣਾ ਇਸ ਚੀਜ਼ ਨੂੰ ਇੱਕ ਮੀਡੀਆ ਦਾ ਵੀ ਕੁਝ ਹਿੱਸਾ, ਕੁਝ ਮੈਂ ਗੱਲ ਕਹਿਣਾ ਵੀ ਜਿਹੜੇ ਕਮਿਊਨਿਸਟ ਦੇਸ਼ ਤੇ ਭਾਰੂ ਸੀ, ਉਹਨਾਂ ਨੇ ਇੱਕ ਤਰੀਕੇ ਦਾ ਵਿਉਂਤਬੰਦੀ ਬਣਾ ਲਈ। ਤੁਸੀਂ 7 ਸਾਲ 'ਚ ਜਿਹੜੀ ਮੈਂ ਗੱਲ ਕਰਦਾ, ਜੇ ਕਿਸੇ ਮੁਸਲਿਮ ਦੀ ਮੌਬ ਲਾਂਚਿੰਗ ਹੁੰਦੀ ਹੈ, ਉਹ ਇੱਕ ਇਸ਼ੂ ਬਣਦਾ ਹੈ, ਪੇਸ਼ ਸ਼ਬਦ ਹੈ। ਜੇ ਕਿਸੇ ਮਤਲਬ ਹਿੰਦੂ ਦੀ ਹੁੰਦੀ ਹੈ, ਉਹ ਤੇ ਕੋਈ ਗੱਲ ਨਹੀਂ ਹੁੰਦੀ। ਤੁਸੀਂ ਦਿੱਲੀ ਦਾ ਦੇਖ ਲਓ। ਉਹ ਚੀਜ਼ਾਂ ਮੈਂ ਗੱਲ ਕਹਿਣਾ, ਜਿਹੜਾ ਵਿਅਕਤੀ ਹੈ, ਇਨਸਾਨ ਸਾਰੇ ਇੱਕ ਨੇ, ਚਾਹੇ ਉਹ ਹਿੰਦੂ ਹੋਵੇ, ਚਾਹੇ ਉਹ ਮੁਸਲਮਾਨ ਹੋਵੇ, ਚਾਹੇ ਕ੍ਰਿਸਚੀਅਨ ਹੋਵੇ, ਚਾਹੇ ਸਿੱਖ ਹੋਵੇ, ਕੋਈ ਵੀ ਇਨਸਾਨ ਹੈ। ਇਨਸਾਨ ਨੂੰ ਹਰੇਕ ਬੰਦੇ ਨੂੰ ਇਨਸਾਨ ਦੇ ਤੌਰ ਤੇ ਟਰੀਟ ਹੋਣਾ ਚਾਹੀਦਾ ਹੈ, ਨਾ ਕਿ ਹਿੰਦੂ ਮੁਸਲਮਾਨ ਦੇ ਤੌਰ। ਪਰ ਜਿਵੇਂ ਦੇਖੋ ਹੁਣ ਸਿੱਧੇ ਤੌਰ ਦੇ ਉੱਤੇ ਗੱਲ ਕਰੀਏ, ਕਿਸਾਨ ਹੈ, ਕਿਸਾਨ ਦਾ ਕੋਈ ਧਰਮ ਹੈ? ਦੱਸੋ ਮੈਨੂੰ। ਨਹੀਂ, ਕਿਸਾਨ ਦਾ ਕੋਈ ਧਰਮ ਨਹੀਂ ਜੀ। ਕਿਸਾਨ ਅੰਨਦਾਤਾ ਦੇਸ਼ ਦਾ, ਤੇ ਕਿਸਾਨ ਨੂੰ ਉੱਤੇ ਤੁਸੀਂ ਵੀ ਖਾਂਦੇ ਹੋ, ਕਿਸਾਨ ਦੀ ਰੋਟੀ ਮੈਂ ਵੀ ਖਾਂਦਾ। ਪਰ ਜਿਸ ਢੰਗ ਦੇ ਨਾਲ ਕਿਸਾਨ ਆਪਦਾ ਜੇ ਸੰਘਰਸ਼ ਕਰ ਰਿਹਾ, ਉਹਦੇ ਹੱਕ ਮੰਗ ਰਿਹਾ, ਤਾਂ ਉਹਨੂੰ ਪਾਰਲੀਮੈਂਟ ਤੱਕ ਵੀ ਅੱਤਵਾਦੀ, ਵੱਖਵਾਦੀ ਕੀ ਕੁਝ ਕਹਿ ਦਿੱਤਾ। ਐਂਡ ਉਹਦੇ ਖਿਲਾਫ ਲੋਕ ਡਲੇ ਰੋੜੇ, ਇੱਕ ਸੈਕਸ਼ਨ ਕੁਝ ਬੰਦੇ ਜੇਕਰ ਜਾ ਕੇ ਲਾਲ ਕਿਲੇ ਤੇ ਆਪਦਾ ਨਿੱਜੀ ਤੌਰ ਦੇ ਉੱਤੇ ਕੀ ਕਹਿੰਦੇ ਕੋਈ ਆਪਦਾ ਏਜੰਡਾ ਲੈ ਜਾਂਦੇ, ਉਹ ਸਾਰੇ ਕਿਸਾਨਾਂ ਦਾ ਏਜੰਡਾ ਤਾਂ ਨਹੀਂ ਸੀ। ਦਾਨੇਵਾਲੀਆ ਸਾਹਿਬ, ਮੈਂ ਬਹੁਤ ਲੰਬੇ ਸਮੇਂ ਤੋਂ, ਜਦੋਂ ਤੋਂ ਕਿਸਾਨ ਅੰਦੋਲਨ ਚੱਲਿਆ, ਪਹਿਲਾਂ ਪਾਰਟੀ ਦੇ ਪਲੇਟਫਾਰਮ ਤੇ, ਫਿਰ ਹੁਣ ਪਾਰਟੀ ਦੇ ਪਲੇਟਫਾਰਮ ਤੋਂ ਬਾਹਰ ਮੀਡੀਆ 'ਚ ਵੀ ਪਿਛਲੇ 2 ਮਹੀਨੇ ਤੁਸੀਂ ਵੀ ਸੁਣਿਆ ਹੋਵੇ, ਮੈਂ ਇਹ ਗੱਲ ਕਹਿ ਰਿਹਾ ਵੀ ਜਿਹੜਾ ਇਹ ਅੰਦੋਲਨ ਹੈ, ਇਹ ਖਤਮ ਹੋਣਾ ਚਾਹੀਦਾ ਜੀ। ਸਰਕਾਰ ਨੂੰ ਪਹਿਲ ਕਰਕੇ ਇਸ ਅੰਦੋਲਨ ਨੂੰ ਖਤਮ ਕਰਨਾ ਚਾਹੀਦਾ, ਕਿਉਂਕਿ ਜਦੋਂ ਇੰਨੇ ਲੰਬੇ ਅੰਦੋਲਨ ਚੱਲਦੇ ਨੇ, ਕਦੇ ਵੀ ਚੱਲਦੇ ਨੇ, ਉਹ ਦੇਸ਼ ਲਈ ਵੀ ਖਤਰਨਾਕ ਹੁੰਦੇ ਆ, ਸੂਬੇ ਲਈ ਵੀ ਖਤਰਨਾਕ ਹੁੰਦੇ ਆ। ਔਰ ਜਿਹੜੀ ਪੋਲੀਟੀਕਲ ਪਾਰਟੀ ਉਸ ਵੇਲੇ ਸੱਤਾ 'ਚ ਹੁੰਦੀ ਹੈ, ਜਿਹਦੇ ਕੋਲੇ ਰਾਜ ਦੀ ਕੁੰਜੀ ਹੁੰਦੀ ਹੈ, ਉਹਦੇ ਲਈ ਵੀ ਖਤਰਨਾਕ ਹੁੰਦੀ ਹੈ। ਕਿਉਂਕਿ ਜੇ ਕਿਤੇ ਦੇਸ਼ ਦਾ ਮਾਹੌਲ ਡਿਸਟਰਬ ਹੁੰਦਾ, ਸੂਬੇ ਦਾ ਮਾਹੌਲ ਡਿਸਟਰਬ ਹੁੰਦਾ, ਤਾਂ ਪਾਰਟੀ ਦਾ ਆਪਣੇ ਆਪ ਡਿਸਟਰਬ ਹੋ ਗਿਆ। ਇਸ ਲਈ ਜਿਹੜੇ ਲੋਕ ਵੀ ਸਾਡੇ ਜਿਹੜੇ ਕਿਸਾਨ ਨੇ, ਚਾਹੇ ਉਹਨਾਂ ਨੂੰ ਅੱਤਵਾਦੀ ਦੱਸ ਰਹੇ ਹੈ, ਵੱਖਵਾਦੀ ਦੱਸ ਰਹੇ ਹੈ, ਜਾਂ ਉਹਨਾਂ ਲਈ ਹੋਰ ਕੋਈ ਭਾਸ਼ਾ ਦਾ, ਜਿਹੜੀ ਗਲਤ ਭਾਸ਼ਾ ਦਾ ਯੂਜ਼ ਕਰ ਰਹੇ ਹੈ, ਨਾ ਉਹ ਆਪਦੇ ਪਰਸਨਲ ਲਈ ਹਿਤਕਾਰੀ ਨੇ, ਤੇ ਨਾ ਹੀ ਉਹ ਜਿਹੜੀ ਵੀ ਪਾਰਟੀ ਦੇ ਨੁਮਾਇੰਦੇ ਹੋਣ ਉਸ ਪਾਰਟੀ ਲਈ ਹਿਤਕਾਰੀ ਨੇ। ਕਦੇ ਵੀ ਕਿਸੇ ਸਮਾਜ ਦੇ ਖਿਲਾਫ ਬੋਲ ਕੇ ਤੁਸੀਂ ਭਲਾ ਨਹੀਂ ਕਰ ਸਕਦੇ, ਨਾ ਆਪਦਾ ਭਲਾ ਕਰ ਸਕਦੇ ਹੋ, ਨਾ ਆਪਦੀ ਪੋਲੀਟੀਕਲ ਪਾਰਟੀ ਦਾ ਭਲਾ ਕਰ ਸਕਦੇ ਹੋ, ਜਾਂ ਜਿਹੜੇ ਸਮਾਜ 'ਚ ਤੁਸੀਂ ਰਹਿੰਦੇ ਹੋ, ਨਾ ਉਹਦਾ ਭਲਾ ਕਰ ਸਕਦੇ। ਫਿਰ ਰੋਕਦੇ ਕਿਉਂ ਨਹੀਂ ਇਹਨਾਂ ਲੋਕਾਂ ਨੂੰ? ਹਰਜੀਤ ਸਿੰਘ ਗਰੇਵਾਲ ਹੈ, ਇੱਕ ਤੁਹਾਡੇ ਲੇਡੀ ਹੈਗੀ ਆ ਮੈਂਬਰ ਪਾਰਲੀਮੈਂਟ, ਉਹ ਮਵਾਲੀ ਦੱਸ ਰਹੀ ਹੈ, ਹਰਜੀਤ ਸਿੰਘ ਗਰੇਵਾਲ ਤਣੇ ਤੜਾ ਕੇ ਕਿਸਾਨਾਂ ਨੂੰ ਗਾਲਾਂ ਕੱਢ ਰਹੇ, ਇਹਨੂੰ ਰੋਕਦੇ ਕਿਉਂ ਨਹੀਂ? ਭਾਈ ਤੈਨੂੰ ਕੱਢ ਦਿਆਂਗੇ ਭਾਈ। ਉਹਨਾਂ ਦੀ ਆਪਦੀ ਸੋਚ ਹੈ। ਮੈਂ ਪਾਰਟੀ ਨੂੰ, ਜਿਹੜੀ ਸਾਡੀ ਗੱਲ ਚੱਲ ਰਹੀ ਹੈ, ਜਿਹਦੇ ਲਈ ਮੈਨੂੰ ਨੋਟਿਸ ਵੀ ਜਾਰੀ ਹੋਇਆ, ਅਸੀਂ ਇਹੀ ਗੱਲ ਕਹਿ ਰਹੇ ਹਾਂ ਵੀ ਇਸ ਅੰਦੋਲਨ ਨੂੰ ਖਤਮ ਕਰਨ ਲਈ ਸਭ ਤੋਂ ਪਹਿਲਾਂ ਜਿਹੜੇ ਲੋਕ ਕਿਸਾਨਾਂ ਦੇ ਖਿਲਾਫ ਬਕਵਾਸ ਕਰ ਰਹੇ ਆ, ਉਹ ਬਕਵਾਸ ਬੰਦ ਹੋਣੀ ਚਾਹੀਦੀ। ਮੈਂ ਕਹਿੰਦਾ, ਮੰਨ ਲਓ ਤੁਸੀਂ ਕਿਹਾ 26 ਜਨਵਰੀ ਦੀ ਘਟਨਾ ਹੋਈ ਹੈ, ਮੈਂ ਵੀ ਉਹਦੀ ਨਿੰਦਾ ਕੀਤੀ ਹੈ। ਜਦੋਂ ਜਿਹੜੀ ਆਪਾਂ ਗੱਲ, ਮੈਂ ਤੁਹਾਨੂੰ ਇਸ ਤੋਂ ਪਹਿਲਾਂ ਇੱਕ ਲਾਈਨ ਬੋਲ ਕੇ ਹਟਿਆ ਵੀ ਜਦੋਂ ਅੰਦੋਲਨ ਲੰਬੇ ਚੱਲਦੇ ਆ, ਕੋਈ ਵੀ ਹੈ, ਉਸ ਅੰਦੋਲਨ 'ਚ ਹਰ ਕਿਸਮ ਦੇ ਵਿਅਕਤੀ ਵੜ ਜਾਂਦੇ ਆ। ਮੰਨ ਲਓ ਅਸੀਂ ਵੀ ਐਜੀਟੇਸ਼ਨ ਕਰਦੇ ਰਹੇ ਹਾਂ, ਜਦੋਂ ਐਜੀਟੇਸ਼ਨ ਪਹਿਲੇ ਦਿਨ ਹੁੰਦੀ ਹੈ, ਉਹਦਾ ਰੁਖ ਹੋਰ ਹੁੰਦਾ, ਜਦੋਂ ਦੂਜੇ ਦਿਨ ਹੁੰਦੀ ਹੈ, ਜਦੋਂ ਲੰਬਾ ਐਜੀਟੇਸ਼ਨ ਨਿਕਲ ਜਾਂਦੀ ਹੈ, ਫਿਰ ਉਹਦੇ 'ਚ ਹਰ ਕਿਸਮ ਦੇ ਬੰਦੇ ਆਣੇ, ਫਿਰ ਉਹ ਐਜੀਟੇਸ਼ਨ ਸਾਹਮਣੇ ਵੀ ਔਖੀ ਹੋ ਜਾਂਦੀ ਹੈ। ਬਿਲਕੁਲ, ਇਹ ਤਾਂ ਮੈਂ ਸਲੂਟ ਕਰਦਾ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਬੈਠੇ ਨੇ, ਉਹਨਾਂ ਨੇ ਬਹੁਤ ਤਰੀਕੇ ਨਾਲ ਇਸ ਐਜੀਟੇਸ਼ਨ ਨੂੰ ਅੱਜ ਤੱਕ ਸੰਭਾਲ ਕੇ ਰੱਖਿਆ। ਔਰ ਦੂਸਰੀ ਗੱਲ ਦੀ ਜਿਹੜੀ ਮੈਂ ਉਹਨਾਂ ਦੀ ਪ੍ਰਸ਼ੰਸਾ ਕਰਦਾ, ਜਿੱਥੇ ਵੀ ਉਗਰ ਹੋਈ ਹੈ ਐਜੀਟੇਸ਼ਨ, ਚਾਹੇ ਉਹ 26 ਜਨਵਰੀ ਨੂੰ ਹੋਈ ਹੋਵੇ ਜਾਂ ਹੋਰ ਵੀ ਕਿਤੇ ਹੋਈ ਹੋਵੇ, ਉਹਨਾਂ ਨੇ ਹਮੇਸ਼ਾ ਉਸ ਮੰਚ ਤੋਂ ਨਿੰਦਾ ਕਰਨ ਦੀ ਗੱਲ ਕੀਤੀ ਹੈ। ਉਸ ਗੱਲ ਲਈ ਉਹ ਵਧਾਈ ਦੇ ਪਾਤਰ ਨੇ, ਸ਼ਲਾਘਾਯੋਗ ਉਹਨਾਂ ਦਾ ਕਦਮ ਹੈ। ਮੇਰੀ ਗੱਲ ਸੁਣੋ ਮੋਹਿਤ ਜੀ, ਤੁਸੀਂ ਕਿਸਾਨਾਂ ਦੀ
ਸਲਾਹਤਾ ਕਰ ਰਹੇ ਹੋ, ਕਿਸਾਨਾਂ ਦੀ ਗੱਲ ਕਰ ਰਹੇ ਹੋ, ਤਾਂ ਇਹ ਨਾ ਹੋਵੇ ਤੁਹਾਨੂੰ ਬੀਜੇਪੀ ਬਾਹਰ ਦਾ ਰਸਤਾ ਦਿਖਾ ਦੇ। ਦੇਖੋ ਕਿਉਂਕਿ ਦਾਨੇਵਾਲੀਆ ਸਾਹਿਬ, ਹਾਂ ਮੈਂ 29 ਸਾਲ ਤੋਂ ਭਾਰਤੀ ਜਨਤਾ ਪਾਰਟੀ ਦਾ ਨਿਸ਼ਠਾਵਾਨ ਵਰਕਰ ਜੀ। ਹਾਂ, ਪਾਰਟੀ ਦਾ ਜ਼ਿੰਮੇਵਾਰ ਵਰਕਰ ਹਾਂ। 29 ਸਾਲ ਪਹਿਲਾਂ ਜਿਸ ਦਿਨ ਮੈਂ 18 ਸਾਲ ਦਾ ਹੋਇਆ ਸੀ, ਮੈਨੂੰ ਉਸੇ ਦਿਨ ਭਾਰਤੀ ਜਨਤਾ ਯੁਵਾ ਮੋਰਚੇ ਦਾ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਸੀ ਜੀ। ਉਸ ਤੋਂ ਬਾਅਦ ਮੈਂ ਬੀਜੇਪੀ ਦਾ ਵੀ ਕਈ ਟਾਈਮ ਜ਼ਿਲ੍ਹਾ ਪ੍ਰਧਾਨ ਰਿਹਾ। ਮੈਂ ਸੂਬੇ ਦਾ ਭਾਰਤੀ ਜਨਤਾ ਯੁਵਾ ਮੋਰਚੇ ਦਾ ਪ੍ਰਧਾਨ ਵੀ ਰਿਹਾ। ਮੈਂ ਭਾਰਤੀ ਜਨਤਾ ਯੁਵਾ ਮੋਰਚੇ ਦੀ 3 ਵਾਰ ਕੇਂਦਰੀ ਕਮੇਟੀ ਦਾ ਮੈਂਬਰ ਰਿਹਾ ਜੀ। ਮੈਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਪਾਰ ਵਿੰਗ ਹੈ ਉਹਦੀ ਕੇਂਦਰੀ ਕਮੇਟੀ ਦਾ ਮੈਂਬਰ ਰਿਹਾ। ਕਿੰਨੇ ਸਾਲ ਮੈਂ ਲਗਾਤਾਰ, ਅੱਜ ਵੀ ਮੈਂ ਭਾਰਤੀ ਜਨਤਾ ਪਾਰਟੀ ਦੀ ਸੂਬਾ ਕਮੇਟੀ ਦਾ ਮੈਂਬਰ ਹਾਂ ਜੀ। ਮੈਂ ਮਲੋਟ ਦਾ ਇਲੈਕਸ਼ਨ ਇੰਚਾਰਜ ਵੀ ਸੀ, ਹੁਣ ਮੈਂ ਵਿਧਾਨ ਸਭਾ ਲਈ ਬਰਨਾਲੇ ਦਾ ਇਲੈਕਸ਼ਨ ਇੰਚਾਰਜ ਵੀ ਹਾਂ। ਜਿੱਥੇ ਜਿੱਥੇ ਮੇਰੀ ਪਾਰਟੀ ਨਾਲ ਨਿਸ਼ਠਾ ਹੈ, ਜਿੱਥੇ ਜਿੱਥੇ ਮੇਰੀ ਪਾਰਟੀ ਨਾਲ ਜ਼ਿੰਮੇਵਾਰੀ ਹੈ, ਉੱਥੇ ਉੱਥੇ ਮੇਰੀ ਇਸ ਮਿੱਟੀ ਨਾਲ ਵੀ ਨਿਸ਼ਠਾ ਹੈ। ਮੈਂ ਜਦੋਂ ਉੱਠਦਾ ਨਾ, ਮੈਂ ਇਸ ਮਿੱਟੀ ਨੂੰ ਵੀ ਸਿਰ ਤੇ ਲਾਉਣਾ, ਕਿਉਂਕਿ ਸਾਡੀ ਪਾਰਟੀ ਨੇ ਸਾਨੂੰ ਸਿਖਾਇਆ ਕਿ ਜਨਨੀ ਜਨਮ ਭੂਮੀ ਸਭ ਤੋਂ ਸ੍ਰੇਸ਼ਟ ਹੈ ਜੀ। ਅਸੀਂ ਇਸ ਜਨਨੀ ਜਿਹੜੀ ਜਨਮ ਭੂਮੀ ਹੈ, ਸਾਡੀ ਮਿੱਟੀ ਹੈ, ਜਿਹੜੀ ਸਾਨੂੰ ਹਵਾ ਦਿੰਦੀ ਹੈ, ਪਾਣੀ ਦਿੰਦੀ ਹੈ, ਰੋਟੀ ਦਿੰਦੀ ਹੈ, ਅਸੀਂ ਇਸ ਦੀ ਵੀ ਇੱਜ਼ਤ ਮੇਰੀ ਉਹਦੇ ਲਈ ਵੀ ਨਿਸ਼ਠਾ ਹੈ। ਮੈਂ ਉਹਦੀ ਨਿਸ਼ਠਾ ਲਈ ਬੋਲ ਰਿਹਾ, ਤੇ ਜੇ ਮੈਨੂੰ ਉਹਦੀ ਨਿਸ਼ਠਾ ਚ ਬੋਲਣ ਲਈ, ਮੈਂ ਅੱਜ ਨਹੀਂ ਬੋਲਣ ਲੱਗਿਆ, ਮੈਂ ਜਦੋਂ ਤੋਂ ਸਮਾਜਿਕ ਜੀਵਨ ਚ ਸੁਰਤ ਸੰਭਾਲੀ ਹੈ, ਮੈਂ ਹਮੇਸ਼ਾ ਪੰਜਾਬ ਦੀ ਗੱਲ ਕਰਦਾ, ਮੈਂ ਹਮੇਸ਼ਾ ਪੰਜਾਬੀਅਤ ਦੀ ਗੱਲ ਕਰਦਾ, ਮੈਂ ਹਮੇਸ਼ਾ ਪੰਜਾਬੀ ਦੀ ਗੱਲ ਕਰਦਾ। ਤੇ ਜੇ ਮੈਂ ਅੱਜ ਉਹ ਗੱਲ ਕਰ ਰਿਹਾ ਤਾਂ ਮੈਂ ਉਸੇ ਗੱਲ ਨੂੰ ਅੱਗੇ ਵਧਾ ਰਿਹਾ। ਜੇ ਉਹਦੇ ਲਈ ਮੈਨੂੰ ਕੋਈ ਨੁਕਸਾਨ ਝੱਲਣਾ ਪਊ, ਮੈਂ ਬਰਦਾਸ਼ਤ ਕਰੂੰਗਾ। ਪਰ ਇੱਕ ਚੀਜ਼ ਹੈ ਕਿ ਕੀ ਜਦੋਂ ਇਹ 9 ਮਹੀਨੇ ਦੇ ਲਗਭਗ ਸਮਾਂ ਹੋ ਗਿਆ, ਕਿਤੇ ਪਾਰਟੀ ਨੇ ਸਿਰ ਜੋੜ ਕੇ ਬੈਠੀ ਨਹੀਂ ਵੀ ਪੰਜਾਬ ਦੇ ਲੀਡਰ ਬੈਠ ਜਾਣ ਵੀ ਅਸੀਂ ਕੇਂਦਰ ਕੋਲੇ ਚੱਲੀਏ, ਦੱਸੀਏ ਬਈ ਇਹ ਚੀਜ਼, ਕਿਉਂਕਿ ਦੇਖੋ ਜ਼ਮੀਨ ਹੈ, ਤੁਸੀਂ ਪੰਜਾਬੀ ਦੀ ਗੱਲ ਕੀਤੀ ਹੈ, ਪੰਜਾਬੀ ਬੰਦਾ ਜ਼ਮੀਨ ਨਾਲ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਇਮੋਸ਼ਨਸ, ਕਿਉਂਕਿ ਵਪਾਰੀ ਬੰਦਾ, ਜੇ ਆਪਾਂ ਗੱਲ ਦਿੱਲੀ ਵਾਲਿਆਂ ਦੀ ਕਰ ਲਈਏ ਜਿਨ੍ਹਾਂ ਨੂੰ ਆਈ ਨਹੀਂ ਪਤਾ ਵੀ ਟਿੰਡੇ ਤੋਰੀਆਂ 'ਚ ਫਰਕ ਕੀ ਹੈ ਜਾਂ ਕਣਕ ਤੇ ਝੋਨੇ 'ਚ ਫਰਕ ਕੀ ਹੈ, ਉਹਨਾਂ ਨੂੰ ਤਾਂ ਇਸ ਚੀਜ਼ ਨਾਲ ਇਮੋਸ਼ਨ ਨਹੀਂ ਹੁੰਦਾਗਾ। ਸੋ ਤੁਸੀਂ ਇਮੋਸ਼ਨਲੀ ਜੁੜੇ ਹੋ, ਤੁਹਾਡੇ ਆਪਣੇ ਵੀ ਵਾਹੀ ਹੈਗੀ ਹੈ, ਸਾਰਾ ਕੁਝ ਹੈਗਾ। ਕਿਤੇ ਸੋਚਿਆ ਵੀ ਜਾ ਕੇ ਗੱਲ ਹੀ ਕਰ ਲਈਏ ਮੋਦੀ ਜੀ ਦੇ ਦਰਬਾਰ ਤੇ, ਕਹਿ ਦਈਏ ਵੀ ਤੁਸੀਂ ਸਾਡੀ ਗੱਲ ਤਾਂ ਸੁਣ ਲਓ, ਨਾ ਸਮਝਾ ਦਈਏ ਵੀ ਇਹਦੇ ਚੰਗੇ ਪੱਖ ਕੀ ਹੈ, ਮਾੜੇ ਪੱਖ ਕੀ ਹੈ। ਦਾਨੇਵਾਲੀਆ ਜੀ, ਸਾਡੇ ਜਿਹੜਾ ਪਾਰਟੀ ਦਾ ਇੱਕ ਸਿਸਟਮ ਹੈ, ਸਾਡੀ ਡਿਸਪਲਿਨਰੀ ਪਾਰਟੀ, ਬਹੁਤ ਸਾਡੇ ਅਨੁਸ਼ਾਸਨ, ਸਾਡੇ ਗੱਲ ਜਿਹੜੀ ਪਾਲਿਸੀਜ਼ ਤੇ ਗੱਲ ਹੈ ਉਹ ਸੂਬੇ ਦੇ ਪ੍ਰਧਾਨ ਦੀ ਸੁਣੀ ਜਾਂਦੀ ਹੈ ਦਿੱਲੀ ਜੀ। ਅਸੀਂ, ਤੁਸੀਂ ਜੋਸ਼ੀ ਜੀ ਨੂੰ ਵੀ ਸੁਣਿਆ ਹੋਊ, ਹੋਰ ਵੀ ਬਹੁਤ ਲੰਬੇ ਬਹੁਤ ਸਾਥੀ ਨੇ, ਉਹਨਾਂ ਨੇ ਬਾਰ-ਬਾਰ ਸਾਡੀ ਸੂਬੇ ਦੀ ਲੀਡਰਸ਼ਿਪ ਨੂੰ ਇਹ ਬੇਨਤੀ ਕੀਤੀ ਹੈ ਵੀ ਚਲੋ ਜ਼ਿਆਦਾ ਲੋਕ ਨਹੀਂ, 23 ਲੋਕ ਜਿਹੜੇ ਚੁਣਾਵ ਲੜੇ 2017, ਚਾਹੇ ਉਹ ਜਿੱਤੇ ਚਾਹੇ ਹਾਰੇ, ਔਰ ਉਸ ਤੋਂ ਬਿਨਾਂ ਜਿਹੜੇ ਜ਼ਿਲ੍ਹਿਆਂ 'ਚ ਅਸੀਂ ਚੁਣਾਵ ਨਹੀਂ ਲੜਦੇ, ਉੱਥੋਂ ਤੁਸੀਂ 2-2 ਸੀਨੀਅਰ ਬੰਦੇ, ਇੱਕ ਸੀਨੀਅਰ ਬੰਦਾ ਜਿਹੜਾ ਮਰਜ਼ੀ ਬੁਲਾ ਲਓ। ਪੰਜਾਬ ਦੀ ਸਾਡੀ ਇੱਕ ਕੋਰ ਕਮੇਟੀ ਹੈ, ਜਿਹੜੇ ਸਾਬਕਾ ਸੂਬੇ ਦੇ ਪ੍ਰਧਾਨ ਰਹੇ ਹੈ ਜਾਂ ਕੋਈ ਬਹੁਤ ਸੀਨੀਅਰ ਲੀਡਰ ਹੈ, ਵੀ ਉਹ 50-60 ਲੋਕ ਬੈਠ ਕੇ ਆਪਾਂ ਚਰਚਾ ਕਰੀਏ। ਪ੍ਰਧਾਨ ਜੀ ਨੂੰ, ਅਸੀਂ ਅਸ਼ਵਨੀ ਜੀ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਉਹਨਾਂ ਤੋਂ ਪੁੱਛੋ ਵੀ ਜਿਹੜੇ ਤੁਹਾਡੇ ਗਰਾਊਂਡ ਰਿਐਲਿਟੀਜ਼ ਕੀ ਨੇ, ਤੁਹਾਡੇ ਬੇਸਿਕ ਹਾਲਾਤ ਕੀ ਨੇ, ਉਹਦੀ ਇੱਕ ਰਿਪੋਰਟ ਬਣਾਓ। ਜੇ ਤੁਸੀਂ ਚਾਹੁੰਦੇ ਹੋ ਵੀ ਉਹ 50-60-70 ਬੰਦੇ ਜਿਹੜੇ ਉਹਨਾਂ ਨੂੰ ਦਿੱਲੀ ਲੈ ਕੇ ਜਾਣਾ, ਉਹਨੂੰ ਦਿੱਲੀ ਲੈ ਕੇ ਜਾਓ, ਜਾਂ ਤੁਸੀਂ 10 ਬੰਦੇ ਦਿੱਲੀ ਜਾਓ, ਉਹਨਾਂ ਦੀ ਇੱਕ ਰਿਪੋਰਟ ਲੈ ਜਾਓ ਵੀ ਜੀ ਆਹ ਜ਼ਿਲ੍ਹੇ ਦੀ ਆਹ ਸਥਿਤੀ ਹੈ, ਆਪਾਂ ਨੂੰ ਇਹ ਗੱਲ ਕਰਨੀ ਚਾਹੀਦੀ ਹੈ। ਦਾਨੇਵਾਲੀਆ ਸਾਹਿਬ, ਜਦੋਂ ਅੰਦੋਲਨ ਸ਼ੁਰੂ ਹੋਇਆ ਪਿਛਲੇ ਅਗਸਤ, ਅੱਜ 1 ਸਾਲ ਹੋ ਗਿਆ। ਬਿਲਕੁਲ, ਸ਼ਾਇਦ ਆਪਾਂ ਉਦੋਂ ਵੀ ਕਿਸੇ ਕੰਮ ਲਈ ਆਪਾਂ ਮੇਰੇ ਘਰੇ ਬੈਠੇ ਸੀ, ਉਦੋਂ ਵੀ ਆਪਾਂ ਚਰਚਾ ਕੀਤੀ ਜੀ। 1 ਸਾਲ ਪਹਿਲਾਂ ਜਦੋਂ ਅੰਦੋਲਨ ਸ਼ੁਰੂ ਹੋਇਆ, ਮੈਂ ਉਦੋਂ ਵੀ ਸਾਡੇ ਸੂਬਾ ਪ੍ਰਧਾਨ ਜੀ ਨੂੰ ਟੈਲੀਫੋਨ ਤੇ ਬੇਨਤੀ, ਫਿਰ ਸਤੰਬਰ 'ਚ ਸਾਡੀ ਇੱਥੇ ਕੋਰ ਗਰੁੱਪ ਦੀ ਮੀਟਿੰਗ ਸੀ, ਮੈਂ ਉਹਦੇ 'ਚ ਵੀ ਖੜਾ ਹੋ ਕੇ ਕਿਹਾ। ਮੈਂ ਉਦੋਂ ਇੱਕ ਸ਼ਬਦ ਆਇਆ ਸੀ ਨਵਾਂ, ਸਾਡੇ ਕੁਝ ਲੀਡਰਾਂ ਨੇ ਸ਼ੁਰੂ ਕਹਿਣਾ ਕੀਤਾ ਸੀ ਵੀ ਜੀ ਵਿਚੋਲੇ ਅਸੀਂ ਖਤਮ ਕਰਨੇ ਆ, ਅਸੀਂ ਵਿਚੋਲਾ ਰਹਿਣ ਨਹੀਂ ਦੇਣਾ। ਮੈਂ ਉਹਨਾਂ ਨੂੰ ਕਿਹਾ ਸੀ ਵੀ 70 ਸਾਲ ਦਾ ਜੇ ਬੀਜੇਪੀ ਦਾ ਇਤਿਹਾਸ ਦੇਖ ਲਈਏ, ਜਿਹੜਾ ਆੜਤੀ ਹੈ ਇਹਨੇ ਹਮੇਸ਼ਾ ਬੀਜੇਪੀ ਦੀ ਸਪੋਰਟ ਕੀਤੀ ਹੈ, ਵਪਾਰੀਆਂ ਦੀ ਪਾਰਟੀ ਮੰਨੀ ਗਈ ਹੈ, ਹਮੇਸ਼ਾ ਅਸੀਂ ਸਾਡੀ ਸਪੋਰਟ ਕੀਤੀ ਹੈ। ਔਰ ਅੱਜ ਮੈਨੂੰ ਆੜਤੀਆਂ ਨੂੰ ਵੀ, ਕਿਉਂਕਿ ਮੈਨੂੰ ਕਹਿੰਦੇ ਸੀ, ਮੈਂ ਦੇਖੋ ਅੱਜ ਜੇ ਮੈਂ ਜੀਵਨ 'ਚ ਤਰੱਕੀ ਕੀਤੀ ਹੈ ਤਾਂ ਅਸੀਂ ਵੀ ਕਿਸਾਨੀ 'ਚੋਂ ਕੀਤੀ ਹੈ, ਸਾਡੇ ਕੋਲੇ ਖੇਤ ਵੀ ਰਹੇ ਆ, ਅਸੀਂ ਸਾਰਾ ਕੰਮ ਕਿਸਾਨੀ ਨਾਲ ਸੰਬੰਧਿਤ ਕੀਤਾ ਅੱਜ ਤੱਕ, ਅੱਜ ਵੀ ਸਾਡਾ ਕਿਸਾਨੀ ਨਾਲ ਸੰਬੰਧਿਤ ਕੰਮ ਹੈ। ਸਾਨੂੰ ਤਾਂ ਇੱਕ ਚੀਜ਼ ਦਾ ਪਤਾ, ਜਿਹੜੀ ਤੁਸੀਂ ਪਹਿਲਾਂ ਕਿਹਾ, ਸਾਨੂੰ ਹਲ ਦਾ ਵੀ ਪਤਾ, ਪੰਜਾਲੀ ਦਾ ਵੀ ਪਤਾ ਹੈ। ਸਾਨੂੰ ਤਾਂ ਲੋਕਾਂ ਨੂੰ ਤਾਂ ਇਕੱਲੇ ਕਣਕ ਝੋਨੇ ਦਾ ਪਤਾ ਹੋਣਾ, ਸਾਨੂੰ ਸਰੋਂ ਦਾ ਵੀ ਪਤਾ ਹੈ, ਹਾਲੋਂ ਦਾ ਵੀ ਪਤਾ ਹੈ, ਸਾਨੂੰ 20 ਚੀਜ਼ਾਂ ਦਾ ਪਤਾ ਹੈ। ਜਦੋਂ ਅਸੀਂ ਸਾਗ ਬਣਾਉਣੇ ਆ ਨਾ ਘਰੇ, ਅਸੀਂ ਹਾਲੋਂ ਵੀ ਪਾਉਣੇ, ਉਹਦੇ 'ਚ ਬਾਥੂ ਵੀ ਪਾਉਣੇ, ਇਹਨਾਂ ਦਾ ਪਤਾ ਹੀ ਨਹੀਂ। ਬਿਲਕੁਲ ਸਹੀ ਗੱਲ, ਸ਼ਹਿਰ ਵਾਲਿਆਂ ਨੂੰ ਪਤਾ ਹੀ ਨਹੀਂ ਹਾਲੋਂ ਕੀ ਹੁੰਦੀ, ਹਾਲੋਂ ਦੇ ਗੁਣ ਕੀ ਹੈ ਤੇ ਬਾਥੂ ਦੇ ਗੁਣ ਕੀ ਹੈ। ਬਿਲਕੁਲ। ਜਾਂ ਕੋਈ ਮੇਥੀ ਦੇ ਗੁਣ ਕੀ ਹੈ, ਮੇਥੇ ਕੀ ਹੈ ਤੇ ਮੇਥੀ ਕੀ ਹੈ, ਉਹਨਾਂ ਦਾ ਮੇਥੇ ਦੇ ਪੱਤਿਆਂ ਦਾ ਹੀ ਫਰਕ। ਤੇ ਉਹ ਜਦੋਂ ਚੀਜ਼ਾਂ ਆਈਆਂ, ਫਿਰ ਅਸੀਂ ਇੱਕ ਉਹਨਾਂ ਨੂੰ ਗੱਲ ਕੀਤੀ ਵੀ ਪ੍ਰਧਾਨ ਜੀ, ਮੈਂ ਇੱਥੇ ਮੀਟਿੰਗ 'ਚ ਮੈਂ ਕਿਹਾ
ਮੈਂ ਕਿਹਾ ਜੀ ਜੇ ਅੱਜ ਕਿਸਾਨ ਅੰਦੋਲਨ ਨੂੰ ਸਭ ਤੋਂ ਸੌਖਾ ਨਿਪਟਾ ਸਕਦਾ ਹੈ, ਤਾਂ ਉਹ ਆੜਤੀਆ ਮੀਡੀਓਕਰ ਦੀ ਭੂਮਿਕਾ ਨਿਭਾ ਸਕਦਾ ਅੰਦੋਲਨ ਨਿਬੇੜਨ ਲਈ। ਜੀ ਜੀ। ਦਾਨੇਵਾਲੀਆ ਸਾਹਿਬ, ਇੱਕ ਆੜਤੀਏ ਤੇ ਕਿਸਾਨ ਦਾ ਐਸਾ ਰਿਸ਼ਤਾ ਹੈ, ਕਿਸਾਨ ਚਾਹੇ ਕਿੰਨਾ ਵੱਡਾ ਹੋਵੇ ਤੇ ਚਾਹੇ ਕਿੰਨਾ ਗਰੀਬ ਹੋਵੇ, ਆੜਤੀਆ ਚਾਹੇ ਉਹਦਾ ਕਿੰਨਾ ਅਮੀਰ ਹੋਵੇ ਤੇ ਕਿੰਨਾ ਕਮਜ਼ੋਰ ਹੋਵੇ, ਜੇ ਉਹਨੇ ਵਿਆਹ ਕਰਨਾ ਹੈ ਤਾਂ ਵੀ ਉਹਨੇ ਸਲਾਹ ਆੜਤੀਏ ਨਾਲ ਕਰਨੀ ਹੈ, ਜੇ ਉਹਨੇ ਵਿਆਹ ਵਿੱਢ ਲਿਆ, ਜੇ ਉਹਨੇ ਕੱਪੜਾ ਲੈਣਾ ਤਾਂ ਵੀ ਆੜਤੀਏ ਨਾਲ ਸਲਾਹ ਕਰਨੀ ਹੈ, ਜੇ ਗਹਿਣਾ ਗੱਟਾ ਬਣਾਉਣਾ ਤਾਂ ਵੀ ਸਲਾਹ। ਇੱਕ ਜਿਹਨੂੰ ਆਪਾਂ ਕਹਿੰਦੇ ਕਿ ਐਡਵਾਈਜ਼ਰੀ, ਪੈਸੇ ਦੇ ਲੈਣ ਦੇ ਨਾਲੋਂ ਇੱਕ ਐਡਵਾਈਸ ਦਾ ਵੀ ਜੇ ਆਪਾਂ ਆਖੀਏ ਕਿ ਇੱਥੋਂ ਤੱਕ ਕਿ ਮੈਂ ਹੁਣ ਪਿੱਛੇ ਦੇਖਿਆ, ਜੇ ਕਿਸੇ ਕਿਸਾਨ ਦੇ ਕੋਈ ਬੱਚੇ ਨੇ 10ਵੀਂ ਤੋਂ ਬਾਅਦ ਪ੍ਰੋਫੈਸ਼ਨ ਤੈਅ ਕਰਨਾ, ਉਹ ਵੀ ਉੱਥੇ ਗੱਲ ਸਲਾਹ ਕਰਦਾ ਆੜਤੀਏ ਕੋਲੇ ਵੀ ਸੇਠ ਜੀ ਯਾਰ ਜਵਾਕ ਨੇ 10ਵੀਂ ਕਰ ਲਈ, ਕੀ ਪੜ੍ਹਾਈਏ ਇਹਨੂੰ ਆਪਾਂ, ਕੀ ਦਵਾਈਏ। ਔਰ ਜੇ ਉਹਦੇ ਘਰੇ ਕੋਈ ਬਿਮਾਰੀ ਹੈਗੀ ਨਾ, ਫਿਰ ਵੀ ਆੜਤੀਏ ਨੂੰ ਪੁੱਛਦਾ ਵੀ ਡਾਕਟਰ ਕਿਹੜੇ ਕੋਲ। ਮੇਰੇ ਇਨਲਾਜ ਨੇ ਜਿਹੜੇ ਉਹ ਸਰਸੇ ਆੜਤ ਦਾ ਕੰਮ ਕਰਦੇ ਆ, ਉਹਨਾਂ ਦਾ ਬਹੁਤ ਵਾਰ ਮੇਰੇ ਕੋਲੇ ਫੋਨ ਆਉਂਦਾ ਵੀ ਜੋ ਫਲਾਨਾ ਆੜਤੀ ਆਪਣਾ ਬਿਮਾਰ ਹੈ ਜੀ, ਉਹਨੂੰ ਅਸੀਂ ਬਠਿੰਡੇ ਭੇਜਣ ਲੱਗੇ ਆ, ਫਲਾਨੇ ਹਸਪਤਾਲ 'ਚ ਮਾੜਾ ਜਿਹਾ ਕਿਹੋ ਡਾਕਟਰ ਨੂੰ। ਉਹ ਇੱਕ ਪਰਿਵਾਰਕ ਰਿਸ਼ਤੇ ਨੇ, ਉਹ ਇਹੋ ਜਿਹੀ ਸਾਂਝ ਹੈ ਜਿਹੜਾ ਪੜਦਾ ਹੁੰਦਾ ਨੇ, ਪੜਦਾ ਹੁੰਦਾ ਇੱਕ 9 ਮਾਸ ਦਾ ਰਿਸ਼ਤਾ ਵੀ ਹੈ। ਔਰ ਜਿਹੜਾ ਕਿਸਾਨ ਹੈ ਨਾ ਜੀ, ਉਹਨੂੰ ਇਹ ਲੱਗਦਾ ਹੈ ਵੀ ਆੜਤੀਆ ਮੇਰੇ ਤੋਂ ਵੱਧ ਸਿਆਣਾ, ਮੇਰੇ ਤੋਂ ਵੱਧ ਪੜ੍ਹਿਆ ਲਿਖਿਆ, ਔਰ ਇਹ ਸਭ ਕਿਉਂਕਿ ਮੰਡੀ 'ਚ ਬੈਠਾ, ਸ਼ਹਿਰ 'ਚ ਬੈਠਾ, ਉਹਦੀ ਐਡਵਾਈਸ ਲੈਣਾ। ਜਿਵੇਂ ਹੁਣ ਮੈਂ ਵੀ ਹਾਂ, ਜੇ ਮੰਨ ਲਓ ਮੈਂ ਆਪਦੇ ਪਰਿਵਾਰ ਦਾ ਕੁਝ, ਮੰਨ ਲਓ ਹੁਣ ਮੇਰੀ ਬੇਟੀ ਨੇ ਕਿਤੇ ਪੜ੍ਹਨਾ, ਮੈਂ ਜਿਹੜੇ ਚੰਡੀਗੜ੍ਹ ਬੈਠਾ, ਦਿੱਲੀ ਬੈਠਾ, ਉਹਨਾਂ ਦੋਸਤਾਂ ਨਾਲ। ਪਰ ਗੱਲ ਕੀ ਹੈ, ਤੁਹਾਡੀ ਪਾਰਟੀ ਹੇਠਾਂ ਸਲਾਹ ਨਹੀਂ ਲੈ ਰਹੀ, ਗੱਲ ਤਾਂ ਇਹ ਹੈ ਨਾ। ਮੈਂ ਉਹੀ ਗੱਲ ਜਿਹੜੀ ਆਪਾਂ ਗੱਲ ਕਰ ਰਹੇ ਸੀ, ਉਹ ਜਦੋਂ ਅਸੀਂ ਗੱਲਾਂ ਕੀਤੀਆਂ ਤਾਂ ਉਹ ਸ਼ਾਇਦ ਸਾਡੀ ਜਿਹੜੀ ਲੀਡਰਸ਼ਿਪ ਉਹਨੂੰ ਚੰਗੀਆਂ ਨਹੀਂ ਲੱਗੀਆਂ, ਕਿਉਂਕਿ ਮੈਨੂੰ ਇਹ ਲੱਗਦਾ ਜਿਹੜੀ ਉੱਪਰ ਪ੍ਰਦੇਸ਼ ਦੀ ਟੋਲੀ ਹੈ, ਉਹਦੇ 'ਚ ਕੁਝ ਲੋਕ ਐਸੇ ਬੈਠੇ ਨੇ ਜਿਨ੍ਹਾਂ ਨੂੰ ਨਫ਼ਰਤ ਹੈ ਗਰਾਊਂਡ ਲੈਵਲ ਦੇ ਲੀਡਰ ਜੀ, ਜਿਹੜੇ ਭੂਮੀ ਤੇ ਬੇਸਿਕਲੀ ਕੰਮ ਕਰਨ ਵਾਲੇ ਬੰਦੇ ਨੇ। ਉਹਨਾਂ ਨਾਲ ਵਿਚਾਰ ਨਹੀਂ ਉਹਨਾਂ ਦੇ ਮਿਲਦੇ। ਕਿਉਂ ਨਹੀਂ ਮਿਲਦੇ? ਉਹ ਇਸ ਕਮਰਿਆਂ 'ਚ ਬੈਠਣ ਵਾਲੇ ਨੇ। ਉਹਨਾਂ ਨੇ ਜਿਹੜੀ ਅੱਜ ਤੱਕ ਸਾਰੀ ਰਾਜਨੀਤੀ ਕੀਤੀ ਹੈ, ਉਹ ਇਸੀ ਕਮਰਿਆਂ 'ਚ ਬਹਿ ਕੇ ਕੀਤੀ ਹੈ। ਅਸੀਂ ਜਦੋਂ ਗੱਲਾਂ ਕੀਤੀ, ਉਦੋਂ ਕਿਸਾਨਾਂ ਦੀਆਂ ਕੀ ਦੋ ਮੰਗਾਂ ਸੀ, ਜਦੋਂ ਆਪਣੇ ਯਾਦ ਹੈ ਨਾ, ਤੁਸੀਂ ਮੈਨੂੰ ਕਿਹਾ ਵੀ ਇਹ ਦੋ ਹੀ ਮੰਗਾਂ। ਇੱਕ ਉਹਨਾਂ ਨੂੰ ਖਦਸ਼ਾ ਹੈ ਵੀ MSP, ਕਿਉਂਕਿ ਪੰਜਾਬ ਤੇ ਹਰਿਆਣਾ ਦੋ ਸੂਬੇ ਐਸੇ ਨੇ ਜਿੱਥੇ MSP ਵੀ ਔਰ 100% ਪਰਚੇਜ ਹੈ। ਔਰ ਸੈਕਿੰਡ, ਉਹਨਾਂ ਦੇ ਮਨ 'ਚ ਖਦਸ਼ਾ ਸੀ ਵੀ ਜਿਹੜਾ ਕੰਟਰੈਕਟ ਫਾਰਮਿੰਗ ਹੈ, ਜੇ ਕੰਟਰੈਕਟ ਫਾਰਮਿੰਗ 'ਚ ਸਾਨੂੰ SDM ਤੇ DC ਦੀ ਕੋਰਟ ਦੀ ਬਜਾਏ ਦੂਜੀ ਜੁਡੀਸ਼ੀਅਲ ਕੋਰਟ ਨਾਲ ਜੋੜ ਦਿਓ, ਚਲਾ ਜਾਵੇ। ਜੇ ਉਦੋਂ ਸਾਡੀ ਸੂਬੇ ਦੀ ਟੋਲੀ ਪ੍ਰਯਾਸ ਕਰਦੀ, ਦਿਲ ਨਾਲ ਮਿਹਨਤ ਕਰਦੀ, ਦਿਲ ਨਾਲ ਤਹਈਆ ਕਰਦੀ, ਇਹ ਅੰਦੋਲਨ ਇੱਥੇ ਹੀ ਖਤਮ ਹੋ ਜਾਣਾ। ਬਿਲਕੁਲ। ਹੋਇਆ ਕੀ, ਜਦੋਂ MSP ਦਾ ਰੌਲਾ ਪੈਣ ਲੱਗ ਗਿਆ, ਫਿਰ ਤਾਂ ਮੰਗਾਂ ਵਧਣ ਲੱਗ ਪੈਂਦੀਆਂ ਨੇ। MSP ਦੇ ਰੌਲੇ ਨਾਲ ਕੀ ਹੋਇਆ, ਵਹਿਮ ਪੈਦਾ ਹੋਣ ਲੱਗ ਪਿਆ। ਪੰਜਾਬ 'ਚ 65,000 ਕਰੋੜ ਰੁਪਏ ਸਾਲ 'ਚ MSP ਦਾ ਆਉਂਦਾ ਹੈ। 32,000 ਕਰੋੜ ਰੁਪਇਆ 32-33 ਕਣਕ ਵੇਲੇ ਆਉਂਦਾ, 32-33 ਝੋਨੇ ਵੇਲੇ ਆਉਂਦਾ। ਉਹ ਜਦੋਂ 65,000 32-33,000 ਤੁਸੀਂ ਆਮ ਦੇਖਿਆ ਹੋਣਾ ਵੀ ਜਿਹੜਾ ਵਪਾਰੀ ਹੈ ਉਹ ਕਹਿੰਦਾ ਜੀ ਸਾਡਾ ਸੀਜ਼ਨ ਹੈ 10ਵੇਂ 11ਵੇਂ ਮਹੀਨੇ। ਉਹ ਸੀਜ਼ਨ ਦਾ ਮਤਲਬ ਕੀ ਹੁੰਦਾ ਵੀ ਸਭ ਦੀ ਜੇਬ 'ਚ ਪੈਸੇ ਆਏ ਹੁੰਦੇ, ਤੇ ਉਹ ਜਦੋਂ ਕਿਸਾਨ ਹੈ, ਕਿਸਾਨ ਵਪਾਰੀ ਨੂੰ ਪੈਸਾ ਦਿੰਦਾ ਹੈ, ਵਪਾਰ ਉਹ ਹਰ ਬੰਦਾ ਬਾਜ਼ਾਰ 'ਚ ਜਾਂਦਾ ਹੈ। ਉਹਨਾਂ ਮਹੀਨਿਆਂ 'ਚ ਉਹਦੇ ਵਿਆਹ ਧਰਦਾ, ਉਹਨਾਂ ਮਹੀਨਿਆਂ 'ਚ ਆਪਦੇ ਕੋਈ ਹੋਰ ਜਿਹੜੇ ਸੁੱਖ ਦੁੱਖ ਦੇ ਕਾਰਜ ਆ ਉਹ ਕਰਦਾ। ਇਸੇ ਤਰੀਕੇ ਕਣਕ ਵੇਲੇ ਆ, ਉਹ ਲੋਕਾਂ ਨੂੰ ਸਾਰਿਆਂ ਨੂੰ ਲੱਗਣ ਲੱਗ ਗਿਆ ਵੀ ਜੇ 65,000 ਕਰੋੜ ਨਹੀਂ ਆਇਆ ਸੀ ਤਾਂ ਮਾਰੇ ਗਏ। ਉਹ ਜਿਹੜੀ ਉਹ ਆਰਥਿਕਤਾ ਤੇ ਹਮਲਾ ਉਹ ਲੋਕਾਂ ਨੂੰ ਲੱਗਿਆ, ਖਦਸ਼ਾ ਪੈਦਾ ਹੋ ਗਿਆ ਵੀ ਯਾਰ ਸਾਡੇ ਤੇ ਤਾਂ ਬਹੁਤ ਵੱਡਾ ਹਮਲਾ ਹੈ। ਉਹ ਖਦਸ਼ੇ ਨੇ ਇਹ ਅੰਦੋਲਨ ਨੂੰ ਵਿਰਾਟ ਕਰਤਾ ਜੀ। ਇਹ ਅੰਦੋਲਨ ਦਿੱਲੀ ਚਲਾ ਗਿਆ, ਜਦੋਂ ਦਿੱਲੀ ਗਿਆ ਹਰਿਆਣਾ ਵੀ ਮਿਲ ਗਿਆ, ਰਾਜਸਥਾਨ ਵੀ ਮਿਲ ਗਿਆ, UP ਵੀ ਮਿਲ ਗਿਆ, ਹੁਣ ਤਾਂ ਸਾਰਾ ਭਾਰਤ ਮਿਲ ਗਿਆ। ਹੁਣ ਜਿਹੜੇ ਕੁਝ ਸਟੇਟਾਂ ਮਿਲ ਗਈਆਂ ਉੱਥੇ MSP ਮਿਲਦੀ ਨਹੀਂ ਸੀ, ਹੁਣ ਉਹਨਾਂ ਨੂੰ ਵੀ ਚੇਤਨਾ ਆ ਗਈ। ਹੁਣ ਜਿਹੜਾ ਮੈਂ ਇਹ ਗੱਲ ਕਰਦਾ, ਚਾਹੇ ਤਾਂ ਜਿਹੜਾ ਸਾਡਾ BJP ਦਾ ਵਰਕਰ ਹੈ ਉਹ ਘਰਾਂ 'ਚ ਕੈਦ ਬੈਠਾ ਹੈ, ਕਿਉਂਕਿ ਜਿਹੜਾ ਵਰਕਰ ਹੈ ਉਹਨੂੰ ਲੱਗਦਾ ਹੈ ਨਾ ਤਾਂ ਉਹ ਕਿਸੇ ਸਮਾਜਿਕ ਕਾਰਜਕ੍ਰਮ 'ਚ ਜਾਂਦਾ ਹੈ, ਨਾ ਕਿਸੇ ਪ੍ਰਾਈਵੇਟ ਕਿਸੇ ਦੇ ਪ੍ਰੋਗਰਾਮ 'ਚ ਡਰਦਾ ਹੈ, ਨਾ ਉਹ ਵੈਸੇ ਜਾਂਦਾ, ਉਹਨੂੰ ਲੱਗਦਾ ਵੀ ਮੇਰੇ ਤੋਂ ਕੋਈ ਮੈਨੂੰ ਘੇਰ ਨਾ ਲਵੇ ਜਾਂ ਮੇਰੇ ਤੋਂ ਕੋਈ ਸਵਾਲ ਜਵਾਬ ਨਾ ਕਰੇ। ਔਰ ਇੱਕ ਚੀਜ਼ ਕੀ ਹੋਰ ਹੋਈ, ਇੱਕ ਉਹ ਹੋ ਗਿਆ, ਅੱਜ ਮੋਦੀ ਸਾਹਿਬ ਦਾ ਪੂਰੇ ਵਿਸ਼ਵ 'ਚ ਨਾਮ, ਉਹਨਾਂ ਨੇ ਇੱਕ ਨਾਮ ਬਣਾਇਆ ਦੇਸ਼ ਦਾ, ਆਪ ਦਾ ਵੀ ਦੇਸ਼ ਦਾ ਵੀ। ਅੱਜ ਉਹਨਾਂ ਦਾ ਵੀ ਜੇ ਕਿਤੇ ਨਾਮ ਘਟਾਉਣ ਦੀ ਗੱਲ ਕੀਤੀ, ਮੈਂ ਉਹਦੇ ਦੋਨਾਂ ਚੀਜ਼ਾਂ ਲਈ ਦੋਸ਼ੀ ਸਾਡੇ ਸੂਬੇ ਦੀ ਲੀਡਰਸ਼ਿਪ ਨੂੰ ਮੰਨਦਾ। ਇਹਨਾਂ ਦੀ ਜਿਹੜੀ ਤੰਗ ਦਿਲ ਸੋਚ ਸੀ, ਜੇ ਇਹਨਾਂ ਨੇ ਆਪਦਾ ਦਿਲ ਵਿਸ਼ਾਲ ਕਰਕੇ ਉਸ ਮਾਮਲੇ ਸੋਚਿਆ ਹੁੰਦਾ, ਜਿਹੜੇ ਲੋਕ ਇਹਨੂੰ ਨਿਪਟਾ ਸਕਦੇ ਸੀ ਉਹਨਾਂ ਨਾਲ ਗੱਲ ਕੀਤੀ ਹੁੰਦੀ, ਇਹਨਾਂ ਨੂੰ ਟੇਬਲ ਤੇ ਬਿਠਾ ਕੇ ਫਸਟ ਡੇ ਸੈਂਟਰ ਗਵਰਨਮੈਂਟ, ਸੈਂਟਰ ਕੋਈ ਐਡਾ ਮਾੜਾ ਨਹੀਂ ਸਾਡਾ, ਜੇ ਉਹਨਾਂ ਨੂੰ ਪ੍ਰੋਪਰ ਢੰਗ ਨਾਲ ਜਾ ਕੇ ਸਮਝਾਇਆ ਜਾਂਦਾ ਪਹਿਲੇ ਦਿਨਾਂ 'ਚ। ਹੁਣ ਤਾਂ ਚਲੋ ਮੰਗਾਂ ਵੀ ਵੱਡੀਆਂ ਹੋ ਗਈਆਂ, ਉਦੋਂ ਤਾਂ ਗੱਲ ਹੀ ਨਹੀਂ ਸੀ। ਤੁਸੀਂ ਯਾਦ ਕਰੋ ਜਦੋਂ ਪਹਿਲੀ ਮੀਟਿੰਗ ਹੋਈ, ਪਹਿਲੀ ਮੀਟਿੰਗ 'ਚ ਕੀ ਫੈਸਲਾ ਹੋਇਆ ਵੀ ਅਸੀਂ MSP ਵੀ ਲਿਖ ਕੇ ਦੇ ਦਿੰਦੇ ਆ ਤੇ ਕੋਰਟ ਵਾਲਾ ਵੀ ਕਰ ਦਿੰਦੇ ਆ। ਉਦੋਂ ਮੰਗਾਂ ਵੱਧ ਚੁੱਕੀਆਂ ਸੀ। ਤੇ ਜੇ ਇਹੀ ਮੀਟਿੰਗ ਅਸੀਂ 2 ਮਹੀਨੇ ਪਹਿਲਾਂ
ਪੰਜਾਬ ਬੈਠੇ ਬੈਠੇ ਤੋਂ ਕਰਨ ਦੇ ਅੱਜ ਇਹ ਰੌਲਾ ਹੀ ਨਹੀਂ ਸੀ ਹੋਣਾ। ਨਾ ਅੱਜ ਸਾਡੇ ਭਾਈਚਾਰਕ ਸਾਂਝ 'ਚ ਤੇੜਾ ਆਉਣੀਆਂ ਸੀ, ਨਾ ਬੀਜੇਪੀ ਦੇ ਲੋਕਾਂ ਦਾ ਘਰਾ ਹੋਣਾ ਸੀ, ਤੇ ਨਾ ਹੀ ਜਿਹੜੀ ਸਾਡੀ 1 ਸਾਲ ਤੋਂ ਆਰਥਿਕਤਾ ਡਿਸਟਰਬ ਹੋਈ ਉਹ ਹੋਣੀ ਸੀ। ਇੱਕ ਕੋਵਿਡ ਖਾ ਗਿਆ, ਉੱਤੋਂ ਇਹ ਖਾ ਗਿਆ, ਸਾਰਾ ਕੁਝ ਹੀ ਹੋ ਗਿਆ। ਦੋਨਾਂ ਚੀਜ਼ਾਂ ਦਾ ਨੁਕਸਾਨ ਹੋਇਆ ਜੀ। ਸੋ ਕੀ ਲੱਗਦਾ ਕਿ ਜੇ ਆਪਾਂ ਬਹਿ ਕੇ ਗੱਲਬਾਤ ਕੀਤੀ ਹੈ, ਨੌਜਵਾਨ ਹੋ ਤੁਸੀਂ, ਨੌਜਵਾਨਾਂ ਦੀ ਸੋਚ ਇੱਕ ਵੱਖਰੀ ਹੁੰਦੀ ਹੈ, ਤੁਸੀਂ ਨੌਜਵਾਨ ਹੀ ਇਸ ਚੀਜ਼ ਨੂੰ ਇਕੱਠੇ ਹੋ ਕੇ ਕੋਈ ਨਾ ਕੋਈ ਕੁੰਡਾ ਖੜਕਾ ਲਓ, ਕੋਈ ਨਹੀਂ, ਡਿਸਪਲਿਨ ਆਪਦੀ ਥਾਂ ਤੇ ਹੁੰਦਾ, ਪਰ ਕਈ ਵਾਰੀ ਤਾਂ ਜਦੋਂ ਇਹਦੇ 'ਚ ਪਾਰਟੀ ਦਾ ਹੀ ਫਾਇਦਾ, ਦੇਸ਼ ਦਾ ਹੀ ਫਾਇਦਾ, ਜਾ ਕੇ ਸਿੱਧੀਆਂ ਚਿੱਠੀਆਂ ਨਹੀਂ ਦੇਖਦੇ ਤੁਸੀਂ। ਦਾਨੇਵਾਲੀਆ ਜੀ, ਹੁਣ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕੁਝ ਲੋਕ ਮਿਲ ਕੇ ਵੀ ਅਸੀਂ ਸੈਂਟਰ ਦੀ ਲੀਡਰਸ਼ਿਪ ਦੇ ਗੱਲ ਧਿਆਨ 'ਚ ਲਿਆਈਏ ਜੀ, ਕਿਉਂਕਿ ਮੈਂ ਪਿੱਛੇ ਜੇ ਵੀ ਮੈਨੂੰ ਪਤਾ ਲੱਗਿਆ ਵੀ ਸਾਡੀ ਲੀਡਰ ਕੁਝ ਲੋਕ ਗਏ ਸੀ ਉੱਥੇ, ਸਾਡੇ ਸੂਬੇ ਦੇ ਵੀ 1-2 ਲੀਡਰ ਨਾਲ ਸੀ ਉਹਨਾਂ ਦੇ। ਉਹ ਜਦੋਂ ਉਹਨਾਂ ਨੇ ਸੱਚਾਈ ਦੱਸਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਚੁੱਪ ਕਰਾਤਾ ਜੀ। ਨੱਡਾ ਜੀ ਨਾਲ ਕੋਈ ਮੀਟਿੰਗ ਸੀ, ਉਹਨਾਂ ਨੂੰ ਚੁੱਪ ਕਰਾਤਾ। ਈਵਨ ਮੈਨੂੰ ਤਾਂ ਇਹ ਵੀ ਦੁੱਖ ਹੋਇਆ, ਉਦੋਂ ਉੱਥੇ ਅਫੈਕਟਡ ਬੰਦਿਆਂ ਨੂੰ ਲੈ ਕੇ ਗਏ ਸੀ ਜੀ, ਜਿਨ੍ਹਾਂ ਤੇ ਘਰਾਂ ਤੇ ਕੋਈ ਕਿਸਾਨੀ ਧਰਨੇ ਲੱਗੇ ਹੋਏ 8 ਮਹੀਨਿਆਂ ਤੋਂ, ਜਾਂ ਕਿਸੇ ਦੇ ਕੋਈ ਕੁੱਟਮਾਰ ਹੋਈ ਹੈ। ਪਰ ਮੈਨੂੰ ਦੁੱਖ ਲੱਗਿਆ ਜਿਹੜੇ ਸਾਡੇ ਹੋਰ ਦੇ ਐਮਐਲਏ ਜਿਹੜੇ ਸਭ ਤੋਂ ਵੱਧ ਅਫੈਕਟਡ ਹੈ ਉਹਨਾਂ ਨੂੰ ਲੈ ਕੇ ਨਹੀਂ ਗਏ, ਕਿਉਂਕਿ ਐਮਐਲਏ ਸੀ, ਉਹਨਾਂ ਨੇ ਉਸ ਢੰਗ ਨਾਲ, ਉਹਨਾਂ ਨੂੰ ਜਾਣਕਾਰੀ ਸੀ ਜਿਹੜੀ ਮੈਂ ਬਾਰ-ਬਾਰ 23 ਬੰਦਿਆਂ ਦੀ ਗੱਲ ਕਰ ਰਿਹਾ, ਉਹਨਾਂ ਨੇ ਉਹ ਗੱਲ ਰੱਖਣੀ ਸੀ, ਉਹਨਾਂ ਦੀ ਸੁਣਵਾਈ ਹੋਣ ਦੀ ਵੀ। ਮੈਨੂੰ ਇਹ ਲੱਗਦਾ ਹੈ ਜਿਹੜੀ ਸਾਡੀ ਸੂਬੇ ਦੀ ਲੀਡਰਸ਼ਿਪ ਹੈ, ਪਹਿਲਾਂ ਤਾਂ ਉਹਨੂੰ ਆਪਦੀ ਤੰਗਦਿਲੀ ਸੋਚ ਹੈ, ਉਹਨੂੰ ਵੱਡਾ ਕਰਨਾ ਚਾਹੀਦਾ। ਅੱਜ ਜਿਹੜੇ ਹਾਲਾਤ ਹੈ, ਸਾਨੂੰ ਭਾਈਚਾਰਕ ਸਾਂਝ ਜਿਹੜੀ ਇੱਥੇ ਬਰਕਰਾਰ ਕਰਨ ਦੀ ਲੋੜ ਹੈ। ਜਿਹੜਾ ਦੇਖੋ ਦਾਨੇਵਾਲੀਆ ਸਾਹਿਬ, ਮੈਂ ਜਿਹੜੀ ਸਟਾਰਟਿੰਗ ਤੁਹਾਨੂੰ ਗੱਲ ਕੀਤੀ ਸੀ, ਜਦੋਂ ਅੰਦੋਲਨ ਲੰਬੇ ਜਾਂਦੇ ਆ ਜੀ, ਤੁਹਾਡੀ ਮੇਰੇ ਨਾਲੋਂ ਉਮਰ 'ਚ ਵੀ ਤੁਸੀਂ ਮੇਰੇ ਤੋਂ ਵੱਡੇ ਹੋ, ਜਦੋਂ ਕਪੂਰੀ ਦਾ ਮੋਰਚਾ ਲੱਗਿਆ ਸੀ, ਕਪੂਰੀ ਦੇ ਮੋਰਚੇ ਤੋਂ ਬਾਅਦ ਕੀ ਹੋਇਆ? ਬਹੁਤ ਕੁਛ ਹੈ, ਪੰਜਾਬ ਤਬਾਹ ਹੋ ਗਿਆ ਸੀ। ਕਪੂਰੀ ਦੇ ਮੋਰਚੇ ਤੋਂ ਬਾਅਦ ਜੇ ਆਪਾਂ ਬਾਹਲੀਆਂ ਚੀਜ਼ਾਂ 'ਚ ਨਾ ਜਾਈਏ, ਕਪੂਰੀ ਤੋਂ ਮੋਰਚੇ ਤੋਂ ਬਾਅਦ ਧਰਮਯੁੱਧ ਮੋਰਚਾ ਬਣ ਗਿਆ, ਅੱਤਵਾਦ ਆ ਗਿਆ, ਅੱਤਵਾਦ ਨੇ ਕਹਿਣ ਤੋਂ ਭਾਵ ਜੀ ਸਿੱਧੀ ਗੱਲ, ਪੰਜਾਬ ਰੋਲ ਕੇ ਤਬਾਹ ਹੋ ਗਏ। 20 ਸਾਲ ਅਸੀਂ ਕਾਲੇ ਦਿਨ ਦੇਖੇ, ਅਸੀਂ ਤਬਾਹ ਹੋ ਗਏ। ਜਿਹੜਾ ਅੱਜ ਸਾਡੇ ਸਿਰ ਤੇ 3 ਲੱਖ ਕਰੋੜ ਦਾ ਕਰਜ਼ਾ ਨਾ, ਮੇਰੇ ਨਾਲ ਕੋਈ ਵੀ ਜਿਹੜਾ ਆਰਥਿਕ ਆਪਦੇ ਆਪ ਨੂੰ ਮਾਹਰ ਕਹਿੰਦਾ ਡਿਸਕਸ ਕਰ ਲਈ, ਉਹਦੇ 'ਚ ਬਹੁਤ ਥੋੜਾ ਪਾਰਟ ਇਹ ਹੋਊਗਾ ਵੀ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਕੋਈ ਆਰਥਿਕ ਮਿਸਮੈਨੇਜਮੈਂਟ ਕੀਤੀ। ਸਭ ਤੋਂ ਵੱਡਾ ਜਿਹੜਾ ਉਹਦਾ ਕਾਰਨ ਅੱਜ ਸਾਡੇ ਤੇ ਕਰਜ਼ੇ ਦਾ, ਉਹ 20 ਸਾਲ ਦਾ ਸਮਾਂ। 20 ਸਾਲ ਸਾਡੇ ਕੋਲੋਂ ਇੰਡਸਟਰੀ ਚਲੀ ਗਈ, ਸਾਡੇ ਕੋਲੋਂ ਵੱਡੇ ਵਪਾਰ ਚਲੇ ਗਏ, ਇੱਕ ਸਾਡੀ ਇਮੇਜ ਖਰਾਬ ਹੋ ਗਈ। ਬਠਿੰਡੇ ਦੇ ਵਿੱਚ ਕਿੱਡਾ ਵੱਡਾ ਪੱਕੀ ਆੜਤ ਦਾ ਕੰਮ ਸੀਗਾ ਨਰਮੇ ਦਾ, ਉਹ ਖਤਮ ਹੋ ਗਿਆ। ਉਹ ਖਤਮ, ਬੰਬੇ ਦੀਆਂ ਫਰਮਾਂ ਦੇ ਆਫਿਸ ਸੀ। ਮੈਂ ਉਹੀ ਤੁਹਾਨੂੰ ਦੱਸਦਾ, ਜਦੋਂ ਅੱਜ ਕੀ ਹੋਇਆ, ਉਹ ਵਪਾਰ ਜ਼ਿਆਦਾ ਸ਼ਿਫਟ ਹੋਇਆ ਰਾਜਸਥਾਨ 'ਚ, ਉਹ ਵਪਾਰ ਜ਼ਿਆਦਾ ਸ਼ਿਫਟ ਹੋਇਆ ਹਰਿਆਣੇ 'ਚ। ਮੈਂ ਹਰਿਆਣੇ ਦੀ ਤੁਹਾਨੂੰ ਗੱਲ ਦੱਸਦਾ ਕਿ ਹਰਿਆਣੇ ਦੀ ਸਾਡੇ ਤੋਂ ਆਮਦਨ 3 ਗੁਣਾ ਜ਼ਿਆਦਾ। ਉਹ ਤਾਂ ਸ਼ਹਿਰ ਹੀ ਬੜੇ ਵੱਡੇ ਨੇ ਯਾਲੇ। 3 ਗੁਣਾ ਬਣੇ ਕਿਉਂ? ਉਦੋਂ ਕੀ ਹੁੰਦਾ ਸੀ? ਦਾਨੇਵਾਲੀਆ ਸਾਹਿਬ, ਤੁਸੀਂ ਤਾਂ ਜਾਂਦੇ ਰਹੋ, ਤਾਂ ਬੱਚੇ ਸੀ, ਉਦੋਂ ਕੀ ਹੁੰਦਾ ਸੀ? ਉਦੋਂ ਗੁੜਗਾਉਂ ਕੀ ਹੁੰਦਾ ਸੀ? ਉਦੋਂ ਸੋਨੀਪਤ ਕੀ ਹੁੰਦਾ ਸੀ? ਕਿਹਨੇ ਡਿਵੈਲਪ ਕੀਤਾ? ਜਦੋਂ ਹੀਰੋ ਇੱਥੋਂ ਗਿਆ, ਐਟਲਸ ਇੱਥੋਂ ਗਿਆ, ਜਿਹੜੀ ਸਾਡੀ ਪੁਰਾਣੀ ਇੰਡਸਟਰੀ ਵੀ ਇੱਥੋਂ ਟ੍ਰੈਡੀਸ਼ਨਲ ਚਲੀ ਗਈ, ਸਾਡੀ ਸਪੋਰਟਸ ਇੰਡਸਟਰੀ ਮੇਰਠ ਚਲੀ ਗਈ, ਜਿਹੜੀ ਸਾਡੀ ਨਹੀਂ ਬਿਲਕੁਲ ਤੁਹਾਡੀਆਂ ਗੱਲਾਂ ਮੈਂ ਕਿਉਂਕਿ ਪਿੱਛੇ ਉੱਥੇ ਰਿਹਾ ਇੱਕ ਚੁਣਾਵ 'ਚ ਪਾਣੀਪਤ, ਉੱਥੇ ਅਸੀਂ ਜਿਹਦੇ ਘਰੇ ਜਾਈਏ, ਡਾਈਂਗ ਫੈਕਟਰੀ ਵਾਲਾ, ਕਾਰਪੇਟ ਫੈਕਟਰੀ ਵਾਲਾ, ਕੰਬਲ ਫੈਕਟਰੀ ਵਾਲਾ, ਜਾਓ ਅੰਮ੍ਰਿਤਸਰ ਤੋਂ ਤੇ ਜਾਓ ਜਲੰਧਰ ਤੋਂ, ਲੁਧਿਆਣੇ ਤੋਂ, ਮਤਲਬ ਇੱਕ ਬਹੁਤ ਬੜਾ ਜਿਹੜਾ ਬਿਜ਼ਨਸ ਸੈਕਟਰ ਸੀ, ਉਹਦੇ ਸਾਨੂੰ ਹੋਰ ਕੀ ਨੁਕਸਾਨ ਹੋਈ? ਜਦੋਂ ਇੰਡਸਟਰੀ ਬੰਦ ਹੋਈ, ਇੰਡਸਟਰੀ ਬੰਦ ਹੋਣ ਨਾਲ ਬੇਰੁਜ਼ਗਾਰੀ ਹੈ, ਬੇਰੁਜ਼ਗਾਰੀ ਉਹਨਾਂ ਨਸ਼ਾ ਆ। ਬੰਦਾ ਜਦੋਂ ਡਿਪਰੈਸ਼ਨ 'ਚ ਜਾਂਦਾ ਉਹ ਫਿਰ ਕੋਈ ਨਾ ਕੋਈ ਨਸ਼ੇ ਨੂੰ ਫੜਦਾ, ਜਾਂ ਕੋਈ ਹੋਰ ਤਰੀਕੇ ਨੂੰ ਫੜਦਾ, ਜਾਂ ਫਿਰ ਉਹ ਲੁੱਟਾਂ ਖੋਹਾਂ ਨੂੰ ਵੱਧਦਾ, ਜਾਂ ਕੋਈ ਸਨੈਚਿੰਗ ਹੋ ਗਈ। ਅੱਜ ਸਾਡਾ ਲਾਅ ਐਂਡ ਆਰਡਰ ਵੀ ਡਿਸਟਰਬ ਹੈ। ਅੱਜ ਸਾਡਾ ਉਹ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਨੂੰ ਵਿਸ਼ਾਲ ਤੁਸੀਂ ਬੈਠ ਕੇ ਡਿਸਕਸ ਕਰੋ ਤਾਂ ਉਹਦਾ ਇੱਕ ਬਹੁਤ, ਸੋ ਇਹਦਾ ਗੱਲ ਨਿਚੋੜ ਇਹੀ ਕੱਢੀਏ ਕਿ ਛੋਟੇ ਬੂਟੇ ਨੂੰ ਵੱਡੇ ਦਰਖਤ ਤੋਂ ਡਰ ਨਹੀਂ ਹੁੰਦਾ, ਪਰ ਡਰ ਉਦੋਂ ਲੱਗਦਾ ਜਦੋਂ ਫੈਲ ਕੇ ਛੋਟੇ ਬੂਟੇ ਨੂੰ ਖਤਮ ਕਰ ਦਿੰਦਾ ਹੈ। ਇਹ ਜਿਹੜੀ ਭਾਵਨਾ ਬਣ ਗਈ ਹੈ ਨਾ ਵੀ ਇੰਡਸਟਰੀ ਆਉਂਦੀ ਸੀ, ਵੱਡੇ ਕਾਰਪੋਰੇਟ ਘਰਾਣੇ ਆਉਂਦੇ, ਕਿਸੇ ਨੂੰ ਕੀ ਡਰ ਸੀ, ਬਿਜ਼ਨਸ ਲਿਆਉਂਦੇ, ਪਰ ਗੱਲ ਅਸਲ ਡਰ ਉਦੋਂ ਪੈ ਗਿਆ ਜਦੋਂ ਛੋਟੇ ਬੂਟੇ ਨੂੰ ਇਹ ਹੋ ਗਿਆ ਕਿਤੇ ਇਹ ਵੱਡਾ ਬੂਟਾ ਜਿਹੜਾ ਹੈਗਾ ਆ ਗਿਆ ਤੇ ਮੈਨੂੰ ਹੇਠਾਂ ਛਾਂ ਦੇ ਨਾਲ ਖਤਮ ਕਰ ਦੂਗਾ। ਉਹ ਵੀ ਇੱਕ ਅਸੀਂ ਪੈਸੀਫਾਈ ਨਹੀਂ ਕਰਾ ਸਕੇ। ਤੁਸੀਂ ਵਪਾਰੀਆਂ ਦੀ ਗੱਲ ਕੀਤੀ, ਛੋਟੇ ਵਪਾਰੀਆਂ ਨੂੰ ਵੀ ਜਿਹੜਾ ਹੈਗਾ ਬੀਜੇਪੀ ਜਿਹੜੀ ਆ ਵਪਾਰੀਆਂ ਦੀ ਪਾਰਟੀ ਸੀ, ਅਕਾਲੀ ਦਲ ਕਿਸਾਨਾਂ ਦੀ ਪਾਰਟੀ ਸੀ, ਦੋਹਾਂ ਨੇ ਹੀ ਆਪਦਾ ਬੇਸ ਛੱਡ ਦਿੱਤਾ, ਬੀਜੇਪੀ ਕਾਰਪੋਰੇਟ ਘਰਾਣੇ ਦੀ ਬਣ ਗਈ। ਇਹ ਵੀ ਇੱਕ ਬਹੁਤ ਵੱਡਾ ਨੁਕਸਾਨ ਨਹੀਂ ਗਿਆ ਇਸ ਚੀਜ਼ ਦੇ ਵਿੱਚ? ਨਹੀਂ, ਮੈਂ ਦਾਨੇਵਾਲੀਆ ਸਾਹਿਬ ਉਹਦੇ 'ਚ ਨਾ ਇੱਕ ਮੇਰਾ ਥੋੜ੍ਹਾ ਜਿਹਾ ਤੁਹਾਡੇ ਨਾਲ ਡਿਫਰੈਂਟ ਓਪੀਨੀਅਨ। ਦੇਖੋ, ਕੋਈ ਵੀ ਸਰਕਾਰ ਆਉਂਦੀ ਹੈ, ਕੋਈ ਵੀ ਸਰਕਾਰ ਕਰਦੀ ਹੈ, ਸਭ ਤੋਂ ਪਹਿਲਾਂ ਤਾਂ ਜਿਹੜੀ ਤੁਸੀਂ ਕਿਹਾ ਵੀ ਕਿਸਾਨੀ ਤੇ ਉਹਦਾ ਪੰਜਾਬ 'ਚ ਕੀ ਹੋਇਆ, ਜਿਹੜਾ ਮੈਨੂੰ ਸਭ ਤੋਂ ਵੱਧ ਮੈਨੂੰ ਐਜ ਏ ਬੀਜੇਪੀ ਦਾ ਵਰਕਰ ਹੋਣ ਦੇ ਨਾਤੇ ਦੁੱਖ ਹੈ, ਜਦੋਂ ਵੀ ਕਿਤੇ ਗੱਲ ਚੱਲਦੀ ਹੈ ਸਮਝੌਤੇ ਦੀ, ਜਦੋਂ ਕਿਸਾਨ ਜਥੇਬੰਦੀਆਂ ਇਹ ਗੱਲ ਕਹਿੰਦੀ ਹੈ ਨਾ
ਕਿ ਜੀ ਪੰਜਾਬ ਬੀਜੇਪੀ ਉਸ ਸਮਝੌਤੇ ਦੀ ਟੇਬਲ 'ਚ ਹਿੱਸਾ ਨਹੀਂ ਹੋਣੀ ਚਾਹੀਦੀ, ਉਹ ਮੇਰੇ ਲਈ ਸਭ ਤੋਂ ਵੱਧ ਪੀੜਾ ਹੈ। ਉਹ ਮੇਰੇ ਲਈ ਸਭ ਤੋਂ ਵੱਧ ਦਰਦ ਹੈ। ਉਹ ਕਿਉਂ ਕਹਿੰਦੀ ਹੈ? ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਅਸੀਂ ਉਹਨਾਂ ਦਾ ਵਿਸ਼ਵਾਸ ਖੋਲਿਆ, ਅਸੀਂ ਉਹਨਾਂ ਦਾ ਭਰੋਸਾ ਖੋਲਿਆ। ਔਰ ਜਦੋਂ ਅਸੀਂ ਵਿਸ਼ਵਾਸ ਤੇ ਭਰੋਸਾ ਖੋਲ੍ਹਣੇ ਨਾ ਕਿਸੇ ਬੰਦੇ ਦਾ, ਉਹਨੂੰ ਹਾਸਲ ਕਰਨਾ ਬਹੁਤ ਔਖਾ। ਉਹ ਮੈਨੂੰ ਸਭ ਤੋਂ ਵੱਡਾ ਦਰਦ ਉਸ ਗੱਲ ਦਾ। ਕਿੱਥੇ ਤਾਂ ਉਹ ਇਹ ਗੱਲ ਕਹਿਣ ਵੀ ਤੇਰੀ ਭਾਈ ਸਰਕਾਰ ਹੈਗੀ ਹੈ ਤੇ ਆਓ ਚੱਲੀਏ ਨਾਲ, ਆਓ ਚੱਲੀਏ, ਅਸੀਂ ਤੁਹਾਡੇ ਨਾਲ ਜਾ ਕੇ ਸਮਝੌਤਾ ਕਰਾਉਣੇ ਆ ਤੇ ਬੈਠਦੇ ਹਾਂ। ਅਸੀਂ ਕਹੀਏ ਆਓ। ਅੱਜ ਹਾਲਾਤ ਕਿੱਥੇ ਗਏ? ਅਸੀਂ ਇੱਕ ਕਮਿਊਨੀਕੇਸ਼ਨ ਗੈਪ ਪਾ ਲਿਆ। ਉਹ ਕਮਿਊਨੀਕੇਸ਼ਨ ਗੈਪ ਕਿਉਂ ਪਾਇਆ? ਜਿਹੜੀ ਤੁਸੀਂ ਗੱਲ ਕਹੀ, ਕੁਝ ਸਾਡੇ ਲੀਡਰਾਂ ਨੇ ਕਿਹਾ ਜੀ ਇਹ ਤਾਂ ਜੀ ਕਿਸਾਨ ਨਹੀਂ ਜੀ, ਇਹ ਤਾਂ ਨਕਸਲਾਈਟ ਹੈ, ਇਹ ਅੱਤਵਾਦੀ ਹੈ ਜੀ। ਉਹ ਯਾਰ ਉਹ ਸਾਡੇ ਭਰਾ ਨੇ। ਮੈਂ ਹਮੇਸ਼ਾ ਕਹਿਣਾ ਉੱਥੇ ਜਿਹੜੇ ਬੈਠੇ ਆ, ਕੋਈ ਸਾਡਾ ਚਾਚਾ ਹੋਣਾ, ਕੋਈ ਤਾਇਆ ਹੋਣਾ, ਕੋਈ ਸਾਡਾ ਭਰਾ ਲੱਗਦਾ ਹੋਣਾ। ਜੇ ਅਸੀਂ ਸਭ ਦੇਖੋ, ਜਦੋਂ ਜਿਹੜਾ ਸੂਬਾ ਸਰਹੰਦ ਸੀ ਵਜ਼ੀਰ ਖਾਂ, ਉਹਨੇ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਚਨਵਾਇਆ, ਕੋਈ ਨਹੀਂ ਬੋਲੇ। ਜਿਹੜਾ ਮਲੇਰਕੋਟਲੇ ਵਾਲਾ ਨਵਾਬ ਸੀ ਸ਼ੇਰ ਖਾਂ, ਉਹਨੇ ਹਾਂ ਦਾ ਨਾਰਾ ਮਾਰਿਆ ਸੀ। ਉਹ ਸ਼ਹਾਦਤ ਤਾਂ ਨਹੀਂ ਰੋਕ ਸਕਿਆ। ਪਰ ਅੱਜ ਵੀ ਜਿਹੜਾ ਜਿੰਨਾ ਵੀ ਸਾਡਾ ਸਮਾਜ ਹੈ, ਉਹ ਮਲੇਰਕੋਟਲੇ ਨਵਾਬ ਨੂੰ ਸਿਰ ਨਵਾ ਕੇ ਗੱਲ ਕਰਦਾ। ਔਰ ਗੁਰਦੁਆਰਾ ਹਾਂ ਦਾ ਨਾਰਾ ਸਾਹਿਬ ਵੀ ਬਣਿਆ। ਜੇ ਅਸੀਂ ਪਹਿਲੇ ਦਿਨ ਹੀ ਪੰਜਾਬ ਬੀਜੇਪੀ ਨੇ ਹਾਂ ਦਾ ਨਾਰਾ ਮਾਰਿਆ ਹੁੰਦਾ, ਤਾਂ ਸਾਡੇ ਜਿਹੜੇ ਕਿਸਾਨ ਵੀਰ ਬੈਠੇ ਉਹਨਾਂ ਨੇ ਪਤਾ ਕੀ ਕਹਿਣਾ ਸੀ? ਯਾਰ ਇਹ ਬੰਦਿਆਂ ਨੇ ਸਾਡੇ ਲਈ ਹਾਂ ਦਾ ਨਾਰਾ ਮਾਰਿਆ, ਸਾਡੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਜੇ ਸੁਣਵਾਈ ਨਹੀਂ ਕੀਤੀ ਤਾਂ ਕੇਂਦਰ ਨੇ ਨਹੀਂ ਕੀਤੀ। ਹੁਣ ਉਹਨਾਂ ਦੇ ਵੀ ਸਾਡੇ ਵੀ ਦਿਮਾਗ 'ਚ ਇਹ ਹੈ, ਚਾਹੇ ਹੋ ਸਕਦਾ ਪ੍ਰਯਾਸ ਕੀਤੇ ਹੁਣ ਪੰਜਾਬ ਬੀਜੇਪੀ ਨੇ। ਜਦੋਂ ਮੈਂ ਬੀਜੇਪੀ ਦਾ ਵਰਕਰ ਹੋਣ ਦੇ ਨਾਤੇ ਮੇਰੇ ਮਨ 'ਚ ਇਹ ਵੀ ਸਾਡੇ ਸੂਬੇ ਦੀ ਲੀਡਰਸ਼ਿਪ ਨੇ ਪ੍ਰਯਾਸ ਨਹੀਂ ਕੀਤਾ। ਤਾਂ ਇਹ ਸਭ ਤੋਂ ਮਾੜੀ ਗੱਲ ਹੈ। ਜਿਹੜਾ ਭਰੋਸਾ ਟੁੱਟਣਾ ਸਭ ਤੋਂ ਮਾੜੀ ਗੱਲ ਹੈ। ਹੁਣ ਅਸੀਂ 6 ਮਹੀਨਿਆਂ ਨੂੰ ਇਲੈਕਸ਼ਨ 'ਚ ਜਾਣਾ। ਇਲੈਕਸ਼ਨ 'ਚ ਅਸੀਂ ਲੋਕਾਂ ਨੂੰ ਜਾ ਕੇ ਹੱਥ ਤਾਂ ਜੋੜੋਗੇ ਹੀ, ਹੱਥ ਜੋੜਨੇ, ਵੋਟ ਪਾਓ। ਵੋਟ ਕੀ ਹੁੰਦੀ ਹੈ? ਵੋਟ ਵੀ ਭਰੋਸਾ ਹੀ ਹੁੰਦਾ। ਭਰੋਸਾ ਹੁੰਦਾ, ਬਿਲਕੁਲ। ਮੈਂ ਜੀ ਮੋਹਿਤ ਗੁਪਤੇ 'ਚ ਭਰੋਸਾ ਪ੍ਰਗਟ ਕੀਤਾ, ਮੈਂ ਵੋਟ ਪਾਉਣਾ, ਉਹਦਾ ਬਟਨ ਦੱਬ ਕੇ ਆਉਣਾ ਵੀ ਮੈਨੂੰ ਜਿਹੜਾ ਭਰੋਸਾ ਵੀ ਮੋਹਿਤ ਗੁਪਤਾ ਮੇਰੇ ਹਲਕੇ ਦੀ। ਤੇ ਜਦੋਂ ਅਸੀਂ ਭਰੋਸਾ ਖੋਤਾ, ਇਦੋਂ ਮਾੜੀ ਤਾਂ ਸਾਡੇ ਲਈ ਗੱਲ ਹੀ ਨਹੀਂ ਹੋ ਸਕਦੀ। ਅੱਜ ਸਭ ਤੋਂ ਜ਼ਰੂਰੀ ਹੈ ਦਾਨੇਵਾਲੀਆ ਸਾਹਿਬ, ਪੰਜਾਬ ਦੇ ਚਾਹੇ ਕਿਸਾਨ ਨੇ, ਚਾਹੇ ਪੰਜਾਬ ਦੇ ਵਪਾਰੀ ਨੇ, ਚਾਹੇ ਆੜ੍ਹਤੀਏ ਨੇ, ਚਾਹੇ ਸਾਡੇ ਸ਼ੈਲਰ ਮਾਲਕ ਨੇ, ਚਾਹੇ ਭੱਠਾ ਮਾਲਕ ਨੇ, ਚਾਹੇ ਸਾਡੇ ਖੇਤ ਮਜ਼ਦੂਰ ਨੇ, ਤੇ ਚਾਹੇ ਗੱਲਾਂ ਮਜ਼ਦੂਰ ਨੇ, ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਭਰੋਸਾ ਦਿੱਤੀਏ। ਇਹ ਬੰਦੇ ਇਹ ਗੱਲ ਕਹਿਣ ਵੀ ਯਾਰ ਪੰਜਾਬ ਭਾਰਤੀ ਜਨਤਾ ਪਾਰਟੀ ਹੈ ਜਿਹੜੀ, ਉਹ ਸਾਡੀ ਆਵਾਜ਼ ਹੈ, ਇਹ ਜੋ ਵੀ ਗੱਲ ਕਰੂਗੀ ਸਾਡੇ ਪੱਖ ਦੀ ਗੱਲ ਕਰੂਗੀ, ਫੇਰ ਜਾ ਕੇ ਸਮਝੌਤਾ ਹੁੰਦਾ। ਉਹਦੇ ਲਈ ਭੌਂਪੇ ਵੀ ਬੰਦ ਕਰਨੇ ਪੈਣੇ। ਤੇ ਮੈਂ ਤਾਂ ਕਹੀ ਜਾਂਦਾ ਜੀ, ਜਿਹੜੇ ਨਾ ਉਹ ਸਮਾਜ ਦਾ ਭਲਾ ਕਰ ਸਕਦੇ ਆ, ਨਾ ਆਪਦਾ ਭਲਾ ਕਰ ਸਕਦੇ, ਨਾ ਪਾਰਟੀ ਦਾ ਭਲਾ ਕਰ ਸਕਦੇ ਆ। ਕਿਉਂਕਿ ਤੁਹਾਨੂੰ ਆਪਦੇ ਭਰਾ ਹੈ, ਪਹਿਲਾਂ ਤਾਂ ਭਰਾ ਦਾ ਭਰੋਸਾ ਤਾਂ ਜਿੱਤਣਾ ਪਊਗਾ ਨਾ। ਬਿਲਕੁਲ ਸਹੀ ਗੱਲ। ਸਭ ਤੋਂ ਨੇੜੇ ਤਾਂ ਅਸੀਂ ਹੈ ਨਾ। ਅੱਜ ਲੀਡ ਕੌਣ ਕਰ ਰਿਹਾ? ਮੈਨੂੰ ਸਾਡੇ ਇੱਕ ਲੀਡਰ ਦਾ ਫੋਨ ਆਇਆ, ਮੋਹਿਤ ਜੀ ਤੁਸੀਂ ਪੰਜਾਬ ਬੀਜੇਪੀ ਨੂੰ ਕਹਿੰਦੇ ਹੋ, ਐਜੀਟੇਸ਼ਨ ਤਾਂ ਦੂਜੇ ਸਟੇਟਾਂ 'ਚ ਵੀ ਹੈ। ਮੈਂ ਕਿਹਾ ਜੀ ਲੀਡ ਕੌਣ ਕਰ ਰਿਹਾ ਐਜੀਟੇਸ਼ਨ ਨੂੰ? ਪੰਜਾਬ ਲੀਡ ਕਰ ਰਿਹਾ ਪੰਜਾਬ। ਜਥੇਬੰਦੀਆਂ 40 ਚੋਂ 32 33 ਕਿਹਦੀਆਂ? ਪੰਜਾਬ ਦੀਆਂ। ਸਾਡੀ ਜ਼ਿੰਮੇਵਾਰੀ ਹੈ। ਹਾਂ, ਤੁਸੀਂ ਉਹ 32 33 ਜਥੇਬੰਦੀਆਂ ਚੋਂ ਜਥੇਬੰਦੀਆਂ ਵਾਪਸ ਲਿਆਉਂਦੇ, ਪੰਜਾਬ ਦਾ ਕਿਸਾਨ ਅੰਦੋਲਨ ਚੋਂ ਵਾਪਸ ਆ ਜਾਂਦਾ, ਫਿਰ ਤਾਂ ਅਸੀਂ ਦੂਜਿਆਂ ਨੂੰ ਕਹਿੰਦੇ। ਅੱਜ ਤੱਕ ਸਭ ਤੋਂ ਵੱਧ ਅਸੀਂ ਉਹ ਹੈ। ਬਿਲਕੁਲ ਜ਼ਿੰਮੇਵਾਰੀ ਪੰਜਾਬ ਬੀਜੇਪੀ ਦੇ ਉੱਤੇ ਬਹੁਤ ਜ਼ਿਆਦਾ। ਅੱਜ ਸਾਡਾ ਵਰਕਰ ਅਸੀਂ ਮੂਵਮੈਂਟ ਹੀ ਨਹੀਂ ਕਰ ਸਕਦੇ। ਤੁਸੀਂ ਦੱਸੋ ਅੱਜ ਸਾਡਾ ਕੋਈ, ਅਸੀਂ ਓਪਨਲੀ ਸਾਡਾ ਬੀਜੇਪੀ ਨਹੀਂ ਹੋ ਸਕਦਾ, ਬਹੁਤ ਮੁਸ਼ਕਲ ਆਈ ਖੜੀ ਹੈ ਬਹੁਤ। ਕਿਉਂਕਿ ਅਸੀਂ ਪਿੰਡਾਂ 'ਚ ਰਹਿਣ ਵਾਲੇ, ਮੰਡੀਆਂ 'ਚ, ਛੋਟੀਆਂ ਮੰਡੀਆਂ 'ਚ, ਪਿੰਡਾਂ 'ਚੋਂ ਪੈਦਾ ਹੋਏ। ਉਹੀ ਗੱਲ ਆ ਨਾ, ਉਹ ਸਮਝਦੇ ਨਹੀਂ ਨਾ ਦਿੱਲੀ ਵਾਲੇ ਵੀ ਇਹ ਹੇਠਲੇ ਵਰਕਰ ਨੂੰ ਕੀ ਤਕਲੀਫ ਹੈ। ਫਿਰ ਕਹਿਣਗੇ ਵੋਟ ਕੰਮ ਪੈਗੀ, ਫਿਰ ਉਹ ਜਰਮਾ ਤਕਸੀਮਾਂ ਦੇਣ ਲੱਗ ਪੈਂਦੇ ਨੇ। ਪਤਾ ਕੀ ਹੈ ਦਾਨੇਵਾਲੀਆ ਜੀ, ਜਿਹੜੀ ਵੋਟ ਹੈ, ਅਟਲ ਜੀ ਹਮੇਸ਼ਾ ਕਹਿੰਦੇ ਸੀ ਵੀ ਸਰਕਾਰੇ ਆਏਂਗੀ ਸਰਕਾਰੇ ਜਾਏਂਗੀ, ਰਾਜਨੀਤਿਕ ਪਾਰਟੀਆਂ ਬਣੇਗੀ ਵਿਗੜੇਗੀ। ਰਾਜਨੀਤਿਕ ਪਾਰਟੀਆਂ ਤਾਂ ਵੋਟ ਨਾਲ ਬਣਦੀਆਂ, ਵੋਟ ਮੈਟਰ ਨਹੀਂ ਕਰਦੀ। ਸਾਡਾ ਦੇਸ਼ ਜਿੰਦਾ ਰਹਿਣਾ ਚਾਹੀਦਾ, ਸਾਡੇ ਜਿਹੜੇ ਦੇਸ਼ ਦਾ ਵੈਭਵ ਹੈ ਉਹ ਰਹਿਣਾ ਚਾਹੀਦਾ। ਅੱਜ ਜਿਸ ਤਰੀਕੇ ਨਾਲ ਮੋਦੀ ਜੀ ਨੇ 7 ਸਾਲ 'ਚ ਸਾਨੂੰ ਵਿਸ਼ਵ ਦੀ ਪਟਲ ਤੇ ਉੱਪਰ ਲਿਆ ਕੇ ਖੜਾ ਕਰਤਾ ਸੀ, ਉਹ ਸਾਡੀ ਵਾਪਸੀ ਹੋਣੀ ਚਾਹੀਦੀ। ਉਹਦਾ ਕਾਰਨ ਕੀ ਹੈ? ਲੋਕਾਂ ਨੂੰ ਅੰਦੋਲਨ ਏਡਾ ਹੋ ਗਿਆ, ਅੱਜ ਪੂਰੇ ਵਿਦੇਸ਼ਾਂ 'ਚ ਚਰਚਾ ਹੋ ਰਹੀ ਹੈ। ਅੱਜ ਮਤਲਬ ਕਿੰਨੀ ਸਾਡੇ ਲਈ ਸ਼ਰਮ ਦੀ ਗੱਲ ਹੈ, ਬਰਾਬਰ ਪਾਰਲੀਮੈਂਟ ਚੱਲ ਰਹੀ ਹੈ। ਮਤਲਬ ਕਈ ਚੀਜ਼ਾਂ ਮੈਨੂੰ ਇਹ ਲੱਗਦਾ ਹੈ ਵੀ ਮੋਦੀ ਜੀ, ਮੈਂ ਮੋਦੀ ਜੀ ਨੂੰ ਨੇੜੇ ਤੋਂ ਦੇਖਿਆ। ਉਹ ਸਾਡੇ ਯੁਵਾ ਮੋਰਚਾ ਦੇ ਪ੍ਰਭਾਰੀ ਵੀ ਰਹੇ ਹੈ, ਪੰਜਾਬ ਦੇ ਪ੍ਰਭਾਰੀ ਵੀ ਰਹੇ ਹੈ। ਉਹ ਬਹੁਤ ਅੱਛੇ ਇਨਸਾਨ ਨੇ। ਉਹਨਾਂ ਨੂੰ ਮੈਨੂੰ ਇਹ ਲੱਗਦਾ ਹੈ ਵੀ ਜਦੋਂ ਕਈ ਚੀਜ਼ਾਂ ਪਤਾ ਹੀ ਨਹੀਂ ਲੱਗਦੀਆਂ ਉੱਪਰ ਦੀ, ਉਹ ਚੀਜ਼ਾਂ 'ਚ ਵੀ ਮੈਂ ਕਹਿੰਦਾ, ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਬੇਨਤੀ ਕਰਦਾ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਫਰਾਕ ਦਿਲੀ ਨਾਲ ਦਿਲ ਵੱਡਾ ਕਰਕੇ ਜਿਹੜਾ ਡੈਡਲੌਕ ਸਾਡਾ ਪੈਦਾ ਹੋਇਆ ਉਹਨੂੰ ਦੁਬਾਰਾ ਟੇਬਲ ਤੇ ਜਾਣ ਜੀ।
ਔਰ ਮੈਂ ਸਰਕਾਰ ਨੂੰ, ਸਾਡੇ ਸੂਬੇ ਦੀ ਲੀਡਰਸ਼ਿਪ ਨੂੰ ਵੀ ਗੱਲ ਕਰਦਾ, ਹਜੇ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ। ਤੁਸੀਂ ਅਗਵਾਈ ਕਰੋ, ਕਿਸਾਨਾਂ ਦੀ ਗੱਲ ਕਰੋ, ਪੰਜਾਬੀਆਂ ਦੀ ਗੱਲ ਕਰੋ। ਜੋ ਗੱਲ ਮੈਂ ਕਹਿਣਾ ਵੀ ਪੰਜਾਬੀ ਹੈ, ਪੰਜਾਬ ਦੀ ਗੱਲ ਕਰਾਂਗੇ, ਤੁਸੀਂ ਵੀ ਪੰਜਾਬ ਦੀ ਗੱਲ ਕਰੋ, ਕਿਉਂਕਿ ਜੇ ਅਸੀਂ ਪੰਜਾਬ ਦੀ ਗੱਲ ਕਰਾਂਗੇ ਉਹ ਬੀਜੇਪੀ ਦੀ ਗੱਲ ਪਹਿਲਾਂ ਹੀ ਹੋ ਜਾਣੀ ਹੈ। ਜੋ ਪੰਜਾਬ ਦਾ ਫਾਇਦਾ ਹੋਣਾ ਉਹਦੇ 'ਚ ਬੀਜੇਪੀ ਦਾ ਫਾਇਦਾ ਆਪਣੇ ਆਪ ਹੀ ਹੋ ਜਾਣਾ। ਜੀ ਜੀ, ਤੁਸੀਂ ਪੰਜਾਬ ਦੀ ਗੱਲ ਕਰੋ, ਕਿਸਾਨਾਂ ਦੀ ਅਗਵਾਈ ਕਰੋ, ਕਿਸਾਨਾਂ ਨੂੰ ਕਹੋ ਜੀ ਦੇਖੋ ਅੱਗੇ ਤੁਸੀਂ ਲੱਗੋ, ਟਾਈਮ ਅਸੀਂ ਲੈ ਕੇ ਦਿੰਦੇ ਹਾਂ, ਬਹਿ ਕੇ ਟੇਬਲ ਤੇ ਆਪਾਂ ਗੱਲ ਕਰੀਏ ਔਰ ਜਿਹੜੀ ਇਹ ਸਮੱਸਿਆ ਹੱਲ ਕਰਾ ਕੇ ਲਿਆਓ। ਔਰ ਸਮੱਸਿਆ ਦਾ ਹੱਲ ਵੀ ਦਾਨੇ ਵਾਲੀ ਸਭ ਐਸਾ ਹੋਣਾ ਚਾਹੀਦਾ ਵੀ ਜਿਹੜੇ ਲੋਕ ਉੱਥੇ ਬੈਠੇ ਨੇ ਉਹ ਲੋਕ ਖੁਸ਼ੀ-ਖੁਸ਼ੀ ਘਰੇ ਆਉਣ। ਹਾਂ, ਐਵੇਂ ਨਾ ਹੁਣ, ਜੇ ਐਵੇਂ ਆ ਗਏ ਨਾ ਫਿਰ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਹੜੀ ਚਿੰਤਾ ਸਭ ਤੋਂ ਵੱਧ ਸਾਡੇ ਤੋਂ, ਅਸੀਂ ਕਾਲਾ ਦੌਰ ਦੇਖਿਆ। ਜੇ ਐਵੇਂ ਆ ਗਏ ਨਾ ਫਿਰ ਜਿਹੜਾ ਬਾਰਡਰ ਸਟੇਟਾਂ ਸੀ, ਵਿਦੇਸ਼ੀ ਜਿਹੜੀਆਂ ਏਜੰਸੀਆਂ ਉਹਨਾਂ ਨੂੰ ਵੀ ਮੌਕਾ ਮਿਲ ਜਾਣਾ, ਹੋਰ ਵੀ ਜਿਹੜੇ ਸ਼ਰਾਰਤੀ ਬੰਦੇ ਆ, ਮੈਂ ਕਹਿੰਦਾ ਸਾਡੇ ਵਿਰੋਧੀ ਆ ਜਿਹੜੇ ਬੀਜੇਪੀ ਵਿਰੋਧੀ ਸ਼ਰਾਰਤੀ ਬੰਦੇ, ਉਹਨਾਂ ਨੂੰ ਇੱਕ ਮੌਕਾ ਮਿਲ ਜਾਣਾ। ਅਸੀਂ ਉਹਨਾਂ ਨੂੰ ਮੌਕਾ ਨਾ ਦੇਈਏ। ਅੱਜ ਜਿੱਤ ਕੀ ਹੈ, ਅਸੀਂ ਉਹਨਾਂ ਨੂੰ ਮਾਰੀਏ ਜਿਹੜੇ ਬੀਜੇਪੀ ਦਾ ਬਗੈਰ ਮਤਲਬ ਤੋਂ ਵਿਰੋਧ ਕਰਦੇ ਆ। ਅਸੀਂ ਉਹਨਾਂ ਦੀ ਵਿਚਾਰ ਨੂੰ ਵੱਡਾ ਨਾ ਹੁੰਦੀ, ਉਹਨਾਂ ਦਾ ਵਿਚਾਰ ਇੱਥੇ ਹੀ ਦਬੀਏ। ਔਰ ਬੀਜੇਪੀ ਦਾ ਜਿਹੜਾ ਵਿਚਾਰ ਹੈ, ਮੋਦੀ ਜੀ ਦਾ ਨਾਅਰਾ ਸਭ ਦਾ ਸਾਥ ਸਭ ਦਾ ਵਿਕਾਸ, ਉਹ ਨਾਅਰੇ ਨੂੰ ਪੂਰਾ ਕਰਨ ਲਈ ਕਿਸਾਨ ਅੰਦੋਲਨ ਖਤਮ ਕਰਾ ਕੇ ਖੁਸ਼ੀ-ਖੁਸ਼ੀ ਇਸ ਅੰਦੋਲਨ ਨੂੰ ਖਤਮ ਕਰਾਈਏ। ਤੇ ਜਿਹੜੀ ਇੱਥੇ ਪੰਜਾਬ ਦੀ ਵਿਗੜ ਰਹੀ ਭਾਈਚਾਰਕ ਸਾਂਝ ਹੈ, ਜਿਹੜੀ ਆਰਥਿਕਤਾ ਹੈ, ਉਹ ਮੁੜ ਪਟੜੀ ਤੇ ਆਏ। ਸੋ ਬਹੁਤ-ਬਹੁਤ ਧੰਨਵਾਦ ਮੋਹਿਤ ਜੀ ਤੁਹਾਡਾ, ਬੜੀ ਫਰਾਖ ਦਿਲੀ ਦੇ ਨਾਲ, ਦਲੇਰਾਨਾ ਤਰੀਕੇ ਦੇ ਨਾਲ ਤੁਸੀਂ ਆਪਣੇ ਵਿਚਾਰ ਰੱਖੇ ਤੇ ਉਮੀਦ ਕਰਦੇ ਹਾਂ ਕਿ ਇਸ ਚੈਨਲ ਦੇ ਜ਼ਰੀਏ ਸ਼ਾਇਦ ਤੁਹਾਡੀ ਸਰਕਾਰ ਜਿਹੜੇ ਮੋਦੀ ਜੀ ਜਿਹੜੇ ਆ ਇਸ ਨੂੰ ਸੁਣ ਲੈਣ। ਬਹੁਤ-ਬਹੁਤ ਸ਼ੁਕਰੀਆ। ਧੰਨਵਾਦ ਅਨਿਲ, ਬਹੁਤ-ਬਹੁਤ ਧੰਨਵਾਦ। ਬੀਜੇਪੀ ਆਗੂ ਮੋਹਿਤ ਗੁਪਤਾ ਜੀ ਨਾਲ ਤੁਹਾਨੂੰ ਇਹ ਗੱਲਬਾਤ ਕਿਸ ਤਰ੍ਹਾਂ ਲੱਗੀ, ਹੇਠਾਂ ਕਮੈਂਟ ਜ਼ਰੂਰ ਕਰ ਦੇਣਾ। ਸੋ ਰੇਡੀਓ ਪੰਜਾਬ ਟੁਡੇ ਦਾ ਫੇਸਬੁੱਕ ਪੇਜ ਅਤੇ YouTube ਚੈਨਲ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ। ਫਿਰ ਅਜਿਹੀ ਸ਼ਖਸੀਅਤ ਦੇ ਨਾਲ ਮੁਲਾਕਾਤ ਹੋਏਗੀ। ਫਿਲਹਾਲ ਮੈਨੂੰ ਸਵਰਨ ਸਿੰਘ ਦਾਨੇਵਾਲੀਆ ਨੂੰ ਦਿਓ ਇਜਾਜ਼ਤ। ਧੰਨਵਾਦ, ਸ਼ੁਕਰੀਆ।